ਉਹਨਾਂ ਨੇ ਕਿਹਾ ਕਿ ਜਿੰਨੇ ਦਿਨ ਓਲੰਪਿਕਸ ਚੱਲਣਾ ਹੈ ਉਨੇ ਦਿਨ ਅਸੀਂ ਉੱਥੇ ਇੱਕ ਵੱਡੀ ਸਾਰੀ ਵਿੰਡੋ ਬਣਾਵਾਂਗੇ ਓਪਰਾ ਹਾਊਸ ਵਿੱਚ। ਸਾਰੇ 16 ਆਈਕੋਨਿਕ ਓਲੰਪੀਅਨਸ ਲਈ ਇੱਕ ਇੱਕ ਵਿੰਡੋ, ਉਹਦੇ ਵਿੱਚ ਤੁਹਾਡੀਆਂ ਚੀਜ਼ਾਂ ਰੱਖਾਂਗੇ, ਮੈਡਲਸ ਤੇ ਆਪਣਾ ਬਲੇਜ਼ਰ ਸਾਨੂੰ ਦੇ ਦਿਓ ਤੇ ਉਹ 2 ਹਫ਼ਤੇ ਬਾਅਦ ਤੁਹਾਨੂੰ ਮੋੜ ਦੇਵਾਂਗੇ, ਲੋਨ ਤੇ ਦੇ ਦਿਓ। ਠੀਕ ਹੈ। ਉਦੋਂ ਡੈਡ ਨੇ ਅਜੇ ਮਾਖਨ ਸਾਹਿਬ ਨੂੰ, ਇੱਥੇ ਸਪੋਰਟਸ ਮਿਨਿਸਟਰ ਉਦੋਂ ਹੁੰਦੇ ਸੀ, ਕਿ ਰਿਕੁਐਸਟ ਕੀਤਾ ਕਿ ਮੇਰੀਆਂ ਚੀਜ਼ਾਂ ਸਾਈ ਕੋਲ ਨੇ, ਸਪੋਰਟਸ ਅਥਾਰਟੀ ਆਫ ਇੰਡੀਆ ਵਾਲਿਆਂ ਕੋਲ, ਤੇ ਉਹਨਾਂ ਨੇ ਮੰਗੀਆਂ ਸੀ, ਮੈਂ ਦਿੱਤੀਆਂ ਸੀ, ਉਹਨਾਂ ਦੇ ਮਿਊਜ਼ੀਅਮ ਵਿੱਚ ਹੋਣੀਆਂ, ਤੇ ਮੈਨੂੰ ਤੁਸੀਂ ਬਲੇਜ਼ਰ ਮੇਰਾ ਦੇ ਦਿਓ ਤੇ ਮੈਂ ਉੱਥੇ ਉਹਨਾਂ ਨੂੰ ਲੰਡਨ ਵਾਲਿਆਂ ਨੂੰ ਦੇ ਦੇਣਾ। ਸਾਨੂੰ ਉਦੋਂ ਪਤਾ ਲੱਗਾ ਕਿ ਸਾਈ ਕਹਿੰਦੇ ਆ ਸਾਡੇ ਕੋਲ ਤੇ ਬਲਬੀਰ ਸਿੰਘ ਦਾ ਕੁਝ ਵੀ ਨਹੀਂ ਹੈਗਾ। ਪਿਕਚਰ ਹੈਗੀ ਜਿਹਦੇ ਵਿੱਚ ਉਹ ਟਰੇ ਵਿੱਚ ਪਾ ਕੇ ਸਾਰੇ ਦੇ ਸਾਰੇ ਮੈਡਲ ਪਕੜਾ ਰਹੇ ਨੇ। ਉਹ ਫੋਟੋ ਅਖਬਾਰ 'ਚ ਫੋਟੋ ਨਿਕਲੀ ਹੋਈ ਹੈ, ਪੋਸਟ ਪਈ ਹੋਈ ਹੈ, ਬੰਦੇ ਦਾ ਨਾਮ ਲਿਖਿਆ ਹੋਇਆ ਕਿ ਸਾਈ ਸੈਕਟਰੀ ਨੂੰ ਕਿਸ ਨੂੰ ਹੈਂਡ ਓਵਰ ਕਰ ਰਹੇ ਨੇ, ਮਿਸਟਰ ਤਲਵਾਰ ਹੁੰਦੇ ਸੀ, ਉਹਨਾਂ ਨੂੰ ਹੈਂਡ ਓਵਰ ਕਰ ਰਹੇ ਨੇ। ਠੀਕ ਹੈ। ਤੇ ਫਿਰ ਮੁਕਰ, ਉਸ ਤੋਂ ਅੱਗੇ ਮੁਕਰ ਨਹੀਂ ਸੀ ਸਕਦੇ। ਮੈਡਲਸ ਜਿਹੜੇ ਸੀਗੇ, ਜਿਹੜੇ ਹੁਣ ਤਾਜ਼ਾ ਜਿਹੜੀ ਲੇਟੈਸਟ ਮੈਂ ਕਹਿ ਸਕਦਾ ਵੀ ਜਿਹੜੇ ਮੈਡਲਸ ਵਾਸਤੇ ਤੁਸੀਂ ਸਰਕਾਰ ਤੋਂ ਗੁਹਾਰ ਲਗਾਈ ਸੀ ਵੀ ਉਹ ਸਾਨੂੰ ਦਿੱਤੇ ਜਾਣ, ਤੇ ਜਿਹੜਾ ਮੇਨ ਜਿਹੜੀ ਚੀਜ਼ ਸੀ ਉਹ ਜਿਹੜਾ ਬਲੇਜ਼ਰ ਸੀਗਾ, ਜਿਹੜਾ 1956 ਦਾ ਜਿਹੜਾ ਕੈਪਟਨ ਦਾ ਬਲੇਜ਼ਰ ਜਿਹੜਾ ਸੀ ਓਲੰਪਿਕ ਗੇਮਸ ਦਾ, ਉਹ ਵੀ ਜਿਹੜਾ ਆ ਕਿਤੇ ਨਾ ਕਿਤੇ ਗੁੰਮ ਹੋ ਗਿਆ ਜਾਂ ਲੁਕਾਤਾ, ਜਾਂ ਕਿਤੇ ਕਿਤੇ ਹਿਸਟਰੀ ਮੁਕਾਉਣ ਦੀ ਗੱਲ ਕੀਤੀ ਜਾਵੇ। ਬਹੁਤ ਐਸੀਆਂ ਚੀਜ਼ਾਂ, ਕਾਫੀ ਵੱਡੇ ਸਵਾਲ ਨੇ ਇਹ ਕੀਤੇ ਜਿਹੜੇ ਖੜੇ ਕੀਤੇ ਆ। ਤੁਸੀਂ ਇਹ ਸਵਾਲ ਸਰਕਾਰ ਨੂੰ ਕਰਨ ਦੀ ਕੋਸ਼ਿਸ਼ ਕੀਤੀ? ਇਹ ਬੜੇ ਦੁੱਖ ਦੀ ਰਗ ਤੇ ਤੁਸੀਂ ਹੱਥ ਰੱਖਿਆ। ਕਈ ਵਾਰੀ ਮੈਂ ਸੋਚਦੀ ਹਾਂ ਕਿ ਸਾਨੂੰ ਇੰਨਾ ਬੁਰਾ ਫੀਲ ਹੁੰਦਾ ਹੈ ਕਿ ਮੇਰੇ ਫਾਦਰ ਨੂੰ ਕੀ ਫੀਲ ਹੁੰਦਾ ਹੋਣਾ। ਕਹਿੰਦੇ ਨਹੀਂ ਸੀ ਕੁਛ ਵੀ ਮੂੰਹ। ਡਿਊਰਿੰਗ ਕੋਚਿੰਗ ਕੈਂਪ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ। ਸਾਡੇ ਕੋਲ ਹੀ ਰਹਿੰਦੇ ਸੀ ਚੰਡੀਗੜ੍ਹ। ਸਿਰਫ ਉਹਨਾਂ ਦੀ ਕ੍ਰਿਮੇਸ਼ਨ ਲਈ ਆਫ ਲਿਆ, ਉਹਦੇ ਬਾਅਦ ਦੁਬਾਰਾ ਕੋਚਿੰਗ ਕੈਂਪ 'ਚ ਚਲੇ ਗਏ ਹਾਕੀ। ਉਹਨੇ ਇੱਕ ਦਿਨ ਇਸ ਤਰ੍ਹਾਂ ਹੀ ਫੋਨ ਕੀਤਾ, ਕਹਿੰਦਾ ਜੀ ਮੈਂ ਪੜ੍ਹਿਆ ਸਰਦਾਰ ਸਾਹਿਬ ਦੇ ਬਾਰੇ, ਯੰਗ ਬॉय, ਤੇ ਆਈ ਵਾਸ ਸੋ ਇੰਪ੍ਰੈਸਡ, ਤੇ ਮੈਂ ਉਹਨਾਂ ਲਈ ਇੱਕ ਗਿਫਟ ਬਣਾਇਆ। ਸੋ ਇਹ ਜਿਹੜਾ ਹੈਗਾ, ਇਹ ਹਾਕੀ ਸਟਿਕਸ ਦੇ ਉੱਪਰ ਜਿਹੜੇ ਸਟਿੱਕਰਸ ਲੱਗੇ ਹੁੰਦੇ ਨੇ, ਉਹਨਾਂ ਨੂੰ ਕੱਟ ਕੇ ਇਹ ਪਿਕਚਰ ਬਣਾਈ ਹੈ। ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਉਹ, ਮੈਂ ਕਹਿ ਸਕਦਾ ਵੀ ਇੱਕ ਪ੍ਰਾਊਡ ਸੀਗਾ ਆਪਣੇ ਸਿੱਖਾਂ ਵਾਸਤੇ, ਆਪਣੇ ਪੰਜਾਬੀਆਂ ਵਾਸਤੇ, ਜਿਹਨੇ ਇੰਨਾ ਮਾਣ ਕੀਤਾ ਸੀਗਾ, ਵੀ ਅੱਜ ਵੀ ਕਾਫੀ ਲੋਕ ਜਿਹੜੇ ਨੇ, ਖਾਸ ਕਰਕੇ ਜਿਹੜੇ ਸਪੋਰਟਸ ਨੂੰ ਤਾਲੁਕ ਰੱਖਦੇ ਨੇ, ਉਹ ਜਦ ਬਲਬੀਰ ਸਿੰਘ ਜੀ ਦਾ ਨਾਂ ਸੁਣਦੇ ਨੇ ਤਾਂ ਫਕਰ ਨਾਲ ਜਿਹੜੀ ਛਾਤੀ ਹੈ ਚੌੜੀ ਹੋ ਜਾਂਦੀ ਹੈ। ਕਈ ਵਾਰ ਤਾਂ ਆਪਣੀ ਸੀਟ ਤੋਂ ਖੜੇ ਵੀ ਉੱਠਦੇ ਨੇ ਜਦ ਇਹਨਾਂ ਦਾ ਨਾਂ ਸੁਣਦੇ ਨੇ। ਇੱਕ ਐਸਾ ਰੁਤਬਾ ਬਣਾਇਆ ਸੀ। ਪਰ ਸ਼ਾਇਦ ਹੋ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੰਮੇ ਸੀ, ਭਾਰਤ ਦੇ ਵਿੱਚ ਜੰਮੇ ਸੀ, ਇਹ ਕਿਤੇ ਨਾ ਕਿਤੇ ਸ਼ਾਇਦ ਕੋਈ ਕਮੀ ਰਹਿ ਗਈ ਵੀ, ਕਿਉਂਕਿ ਤਾਂ ਹੀ ਉਹਨਾਂ 'ਤੇ ਸਰਕਾਰ ਵੱਲੋਂ ਇੰਨਾ ਜ਼ੋਰ ਨਾ ਦਿੱਤਾ ਗਿਆ, ਸਰਕਾਰ ਵੱਲੋਂ ਇੰਨੀ ਕਦਰ ਨਾ ਕੀਤੀ ਗਈ? ਡੈਡ ਤਾਂ ਖੇਡਾਂ 'ਚ ਰਹਿੰਦੇ ਸੀ, ਸਾਨੂੰ ਮਾਂ ਨੇ ਪੜ੍ਹਾਇਆ, ਮਾਂ ਨੇ ਸਾਂਭਿਆ 4 ਬੱਚਿਆਂ ਨੂੰ। ਤੇ ਬਈ ਤੁਸੀਂ ਮੈਨੂੰ ਦੱਸੋ, ਤੁਹਾਨੂੰ ਕੰਟਰੀ ਨੇ ਕੀ ਦਿੱਤਾ? ਫਿਰ ਉਹਨਾਂ ਦਾ ਕੀ ਜਵਾਬ ਸੀ? ਹੱਸ ਪੈਂਦੇ ਸੀ, ਕਹਿੰਦੇ ਬੇਟਾ ਮੈਂ ਤੇ ਹਮੇਸ਼ਾ ਬਾਬਾ ਨਾਨਕ ਐਂਡ ਸ਼੍ਰੀ ਕ੍ਰਿਸ਼ਨ ਦੋਨਾਂ ਨੇ ਇਹੀ ਕਿਹਾ, ਬਈ ਕਰਮਾਂ ਕਰੋ, ਫਲ ਦਾ ਵੇਟ ਨਾ ਕਰੋ, ਫਲ ਦਾ ਇੰਤਜ਼ਾਰ ਨਾ ਕਰੋ। ਸੋ ਮੈਂ ਤੇ ਕੰਟਰੀਬਿਊਟ ਹੀ ਕੀਤਾ ਹੈ। ਬਾਕੀ ਫਲ ਦੇਣਾ ਉੱਪਰ ਵਾਲੇ ਦਾ ਕੰਮ ਹੈ, ਜਾਂ ਆਪਣੀ ਕੰਟਰੀ ਸਰਕਾਰਾਂ ਨੇ, ਉਹਨਾਂ ਦਾ ਕੰਮ ਹੈ। ਮੈਂ ਕੁਛ ਨਹੀਂ ਕਰ ਸਕਦਾ। ਜਦੋਂ ਤੱਕ ਮੈਂ ਜ਼ਿੰਦਾ ਹੈਗੀ ਹੈ, ਮੈਂ ਤੇ ਇਸ ਲੜਾਈ ਨੂੰ ਲੜਨਾ ਹੀ ਲੜਨਾ ਹੈ। ਇਹ ਜੇ ਮੈਨੂੰ ਇਹ ਪਤਾ ਲੱਗਦਾ ਹੈ ਕਿ ਮੇਰੇ ਡੈਡ ਦੀਆਂ
ਇੰਨਾ ਪ੍ਰੈਸ਼ੀਅਸ ਜਿਹੜਾ ਮੈਮੋਰੇਬਿਲਿਆ ਸੀ ਉਹ ਕਿੱਥੇ ਗਿਆ, ਕਿਉਂ ਗਿਆ? ਕਿਉਂਕਿ ਜਦੋਂ ਇੱਕੋ ਹੀ ਖਿਲਾੜੀ ਦੀਆਂ ਸਾਰੀਆਂ ਚੀਜ਼ਾਂ ਗਾਇਬ ਹੋ ਜਾਂਦੀਆਂ, ਇਹ ਬੜਾ ਸਵਾਲ ਬਣਦਾ ਹੈ, ਇਹ ਬੜਾ ਸੀਰੀਅਸ ਸਵਾਲ ਬਣਦਾ ਹੈ ਕਿ ਕਿਉਂ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹਾਂ, ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ, ਪੰਜਾਬ ਦੇ ਵਿੱਚ ਜਿਵੇਂ ਮੈਂ ਅਕਸਰ ਗੱਲ ਕਰਦਾ ਹੁੰਦਾ, ਜ਼ਿਕਰ ਕਰਦਾ ਇੱਕ ਚੀਜ਼ ਦਾ ਕਿ ਪੰਜਾਬ ਦੀ ਧਰਤੀ ਐਸੀ ਉਪਜਾਊ ਧਰਤੀ ਹੈ ਕਿ ਫਸਲਾਂ ਤਾਂ ਜਿੱਥੇ ਆਪਾਂ ਕਹਿ ਸਕਦੇ ਹਾਂ ਕਿ ਵਰਲਡ ਨੂੰ ਮਾਤ ਦਿੰਦੀਆਂ ਹੀ ਦਿੰਦੀਆਂ ਨੇ, ਪਰ ਉੱਥੋਂ ਦੇਖਿਆ ਜਾਵੇ ਤਾਂ ਇਸ ਮਿੱਟੀ ਤੋਂ ਕਾਫੀ ਪਲੇਅਰ ਐਸੇ ਖੜੇ ਕੀਤੇ ਨੇ, ਇਸ ਧਰਤੀ ਨੇ, ਪੰਜਾਬ ਦੀ ਧਰਤੀ ਨੇ ਐਸੇ ਪਲੇਅਰ ਖੜੇ ਕੀਤੇ ਨੇ ਜਿਨ੍ਹਾਂ ਨੇ ਇਸ ਦੇਸ਼ ਦਾ ਨਾਮ, ਜਾਂ ਕਹਿ ਸਕਦੇ ਆ ਵੀ ਸਿੱਖਾਂ ਦਾ ਨਾਮ, ਪੰਜਾਬੀਅਤ ਦਾ ਜਿਹੜਾ ਆ ਨਾਮ ਹੈ, ਉਹ ਦੇਸ਼ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਗੁੰਜਾਇਆ ਸੀ। ਅੱਜ ਉਸੇ ਹੀ ਇੱਕ ਰੱਬੀ ਰੂਹ ਦਾ ਜ਼ਿਕਰ ਕਰਨ ਲੱਗਿਆ। ਬੇਸ਼ੱਕ ਸਾਡੇ ਵਿੱਚ ਅੱਜ ਨਹੀਂ ਹੈਗੇ। ਮੈਂ ਅੱਜ ਜ਼ਿਕਰ ਕਰੂੰਗਾ ਪਦਮ ਸ਼੍ਰੀ ਬਲਬੀਰ ਸਿੰਘ ਜੀ ਦਾ, ਉਹ ਸ਼ਖਸੀਅਤ ਜਿਸ ਨੇ 3 ਗੋਲਡ ਮੈਡਲ ਜਿਹੜੇ ਸੀਗੇ ਭਾਰਤ ਦੀ ਝੋਲੀ ਦੇ ਵਿੱਚ ਪਾਏ ਸੀ। ਉਹਨਾਂ ਦੀ ਜੇ ਮੈਂ ਚੰਗਿਆਈਆਂ ਦੱਸਣ ਲੱਗ ਜਾਣਾ ਤਾਂ ਮੈਨੂੰ ਲੱਗਦਾ ਜਿਹੜੀ ਮੇਰੀ ਇੰਟਰੋਡਕਸ਼ਨ ਬਹੁਤ ਲੰਬੀ ਹੋ ਸਕਦੀ ਹੈ। ਘੰਟੇ 2 ਘੰਟੇ ਦੀ ਇੰਟਰੋਡਕਸ਼ਨ ਕਰ ਸਕਦਾ ਜੇ ਮੈਂ ਉਹਨਾਂ ਦੀ ਚੰਗਿਆਈਆਂ ਦੀ ਗੱਲ ਕਰਨ ਲੱਗ ਜਾ। ਪਰ ਅੱਜ ਕਿਤੇ ਨਾ ਕਿਤੇ ਉਹ ਰੱਬੀ ਰੂਹ ਜੇ ਸਾਡੇ ਵਿੱਚ ਨਹੀਂ ਹੈਗੀ ਤਾਂ ਪਰ ਉਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਸਾਡੇ ਦਿਲਾਂ ਦੇ ਵਿੱਚ ਤਾਂ ਰਾਜ ਅੱਜ ਵੀ ਕਰਦੀ ਹੈ। ਪਰ ਅੱਜ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਧੱਕਾ ਹੋਇਆ। ਧੱਕਾ ਕਿਉਂ ਹੋਇਆ, ਕਿਸ ਕਰਕੇ ਹੋਇਆ, ਉਹ ਸਾਰੀ ਚੀਜ਼ਾਂ ਦੱਸਾਂਗੇ। ਇੱਕ ਹੋਰ ਚੀਜ਼ ਮੈਂ ਦੱਸ ਦੇਵਾਂ ਕਿ ਉਸ ਸ਼ਖਸੀਅਤ ਨੂੰ ਜਿੱਥੇ ਸਨਮਾਨ ਜਿਹੜਾ ਸੀਗਾ ਉਹ ਇੰਗਲੈਂਡ ਵਰਗੀਆਂ ਕੰਟਰੀਆਂ ਦਿੰਦੀਆਂ ਸੀਗੀਆਂ, ਪਰ ਸਾਡੀ ਕੰਟਰੀ ਜਿਹੜੀ ਹੈ ਉਸ ਨੂੰ ਉਹ ਸਨਮਾਨ ਦੇਣ ਦੇ ਵਿੱਚ ਕਿਤੇ ਨਾ ਕਿਤੇ ਨਾਕਾਮ ਰਹੀ। ਇੱਕ ਉਮੀਦ ਸੀ, ਇੱਕ ਸੁਪਨਾ ਸੀ ਬਹੁਤ ਵੱਡਾ ਉਹਨਾਂ ਦਾ ਕਿ ਕਿਤੇ ਨਾ ਕਿਤੇ ਭਾਰਤ ਰਤਨ ਦਾ ਜਿਹੜਾ ਅਵਾਰਡ ਉਹਨਾਂ ਨੂੰ ਦਿੱਤਾ ਜਾਵੇ, ਮਿਲੇ, ਪਰ ਉਹ ਜਿਹੜਾ ਸੁਪਨਾ ਸੀ ਮਹਿਜ਼ ਇੱਕ ਸੁਪਨਾ ਉਹਨਾਂ ਵਾਸਤੇ ਰਿਹਾ। ਬਹੁਤ ਸਟਰਗਲ ਕੀਤੀ, ਬਹੁਤ ਲੰਬੀ ਲਾਈਫ ਹੈ, ਸਟਰਗਲ ਲਾਈਫ ਬਹੁਤ ਵੱਡੀ ਹੈ, ਪਰ ਸਭ ਤੋਂ ਵੱਡੀ ਜਿਹੜੀ ਅੱਜ ਦੀ ਜਿਹੜੀ ਖਾਮੀ ਹੈ ਉਹ ਇਸ ਸਿਸਟਮ ਦੇ ਵਿੱਚ ਇਹ ਨਿਕਲ ਕੇ ਆਈ ਹੈ ਕਿ ਜਿੰਨੇ ਵੀ ਉਹਨਾਂ ਦੇ ਮੈਡਲ ਸੀਗੇ, ਈਵਨ ਕਿ ਉਹਨਾਂ ਦਾ ਜਿਹੜਾ ਬਲੇਜ਼ਰ ਸੀਗਾ 1956 ਦਾ ਜਿਹੜਾ ਬਲੇਜ਼ਰ ਸੀਗਾ, ਕੈਪਟਨ ਦਾ ਬਲੇਜ਼ਰ, ਉਹ ਸਰਕਾਰ ਨੇ ਕਿਤੇ ਖੋਤਾ। ਇਹ ਨਹੀਂ ਪਤਾ ਲੱਗਿਆ ਕਿ ਅੱਜ ਤੱਕ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਗਿਆ ਕਿੱਥੇ। ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਅੱਜ ਮੇਰੇ ਨਾਲ ਮੈਮ ਸੁਸ਼ਬੀਰ ਜੀ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਕਾਫੀ ਚੀਜ਼ਾਂ ਨੇ ਜਿਹੜੀਆਂ ਮੈਂ ਜਾਣਨਾ ਚਾਹੁੰਦਾ, ਕਾਫੀ ਚੀਜ਼ਾਂ ਨੇ ਜਿਹੜੀਆਂ ਸਾਡੇ ਸਰੋਤੇ ਜਾਣਨਾ ਚਾਹੁੰਦੇ ਨੇ, ਤੇ ਜਿਹੜੇ ਬਲਬੀਰ ਸਿੰਘ ਜੀ ਨੂੰ ਜਾਣਦੇ ਨੇ, ਜਿਨ੍ਹਾਂ ਨੂੰ ਪਤਾ ਆ ਬਲਬੀਰ ਸਿੰਘ ਜੀ ਕੌਣ ਸੀਗੇ, ਉਹ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਤਾਂ ਜਲਦ ਤੋਂ ਜਲਦ ਸ਼ੇਅਰ ਕਰ ਦਿਓ। ਸਤਿ ਸ਼੍ਰੀ ਅਕਾਲ ਮੈਮ, ਠੀਕ ਠਾਕ ਹੋ, ਚੜ੍ਹਦੀ ਕਲਾ ਚੋਂ? ਹਾਂਜੀ, ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ। ਸਿਹਤ ਕਿਵੇਂ ਹੈ? ਬਿਲਕੁਲ ਵਧੀਆ, ਥੈਂਕ ਯੂ। ਬਹੁਤ ਚੰਗੀ ਮੈਮ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ, ਜਿਵੇਂ ਆਪਾਂ ਪਿੱਛੇ ਪਿਕਚਰਸ ਵੀ ਆ ਰੱਖੀ ਹੋਈ ਹੈ ਬਲਬੀਰ ਸਿੰਘ ਜੀ ਉਹਨਾਂ ਦੀ। ਇਹ ਕਿਹੜੀ, ਜਦੋਂ ਇਹਨਾਂ ਦੀ ਏਜ ਕਿੰਨੀ ਸੀ ਜਦ ਦੀ ਇਹ ਪਿਕਚਰ ਹੈ ਦੇਖਿਆ ਜਾਵੇ? ਦਿਸ ਇਜ਼ 1952 ਹੈਲਸਿੰਕੀ ਓਲੰਪਿਕਸ ਦੇ ਬਾਅਦ ਦੀ ਹੈ। ਅੱਛਾ, ਇਹ ਜਦ ਉਦੋਂ ਗੋਲਡ ਜਿੱਤਿਆ ਸੀ। ਹਾਂ, ਪਿਕਚਰ ਉਦੋਂ ਦੀ ਹੈ। ਓਕੇ। ਬਟ ਇਹ ਅਦਰਵਾਈਜ਼ ਮੈਂ ਜਿਹੜੀਆਂ ਸ਼ਕਲਾਂ ਮੈਨੂੰ ਯਾਦ ਨੇ ਹੁਣ ਤੱਕ ਬੜੀਆਂ ਕਲੀਅਰਲੀ, ਉਹ ਇਹੀ ਹੈ। 1952 ਹੈਲਸਿੰਕੀ ਓਲੰਪਿਕਸ, 1956 ਮੈਲਬਰਨ ਓਲੰਪਿਕਸ। ਸੋ ਇਹ ਸਾਰੀਆਂ ਇਹ ਤਿਆਰ ਕਰਨਾ ਕੀਤੀ ਹੋਈ ਹੈ ਮੈਮ ਦੇਖਿਆ ਜਾਵੇ ਤਾਂ, ਕਿਉਂਕਿ ਹੱਥੀਂ ਤਿਆਰ ਨਹੀਂ ਕੀਤੀ, ਕਿਸੇ ਚੀਜ਼ ਨਾਲ ਤਿਆਰ ਕੀਤੀ ਹੋਈ ਹੈ। ਇਹ ਜਿਹੜੀ ਹੈਗੀ ਹੈ, ਇਟ ਇਜ਼ ਬਾਏ ਐਨ ਆਰਟਿਸਟ, ਵਰੁਣ ਉਹਦਾ ਨਾਂ ਸੀ। ਵਰੁਣ, ਓਕੇ, ਯੰਗ ਬॉय। ਅੱਛਾ। ਤੇ ਉਹਨੇ ਇੱਕ ਦਿਨ ਇਸ ਤਰ੍ਹਾਂ ਹੀ ਫੋਨ ਕੀਤਾ, ਕਹਿੰਦਾ ਜੀ ਮੈਂ ਪੜ੍ਹਿਆ ਸਰਦਾਰ ਸਾਹਿਬ ਦੇ ਬਾਰੇ, ਯੰਗ ਬॉय, ਤੇ ਆਈ ਵਾਸ ਸੋ ਇੰਪ੍ਰੈਸਡ, ਤੇ ਮੈਂ ਉਹਨਾਂ ਲਈ ਇੱਕ ਗਿਫਟ ਬਣਾਇਆ। ਸੋ ਇਹ ਜਿਹੜਾ ਹੈਗਾ, ਇਹ ਹਾਕੀ ਸਟਿਕਸ ਦੇ ਉੱਪਰ ਜਿਹੜੇ ਸਟਿੱਕਰਸ ਲੱਗੇ ਹੁੰਦੇ ਨੇ, ਉਹਨਾਂ ਨੂੰ ਕੱਟ ਕੇ ਇਹ ਪਿਕਚਰ ਬਣਾਈ ਹੈ। ਐਂਡ ਜਦੋਂ ਲਿਆ ਕੇ ਦਿੱਤਾ, ਨੈਚੁਰਲੀ ਵੀ ਵਰ ਸੋ ਹੈਪੀ। ਆ ਤੁਸੀਂ ਮੇਰਾ ਘਰ ਦੇਖੋ, ਮੇਰਾ ਪੂਰਾ ਇੱਕ ਸੌਰਟ ਆਫ ਮਿਊਜ਼ੀਅਮ ਹੀ ਹੈ। ਬਿਲਕੁਲ, ਕਿਉਂਕਿ ਆਈ ਐਮ ਵੈਰੀ ਪੋਜ਼ੈਸਿਵ ਅਬਾਊਟ ਮਾਈ ਫਾਦਰ, ਵਟ ਐਵਰ ਹੀ ਇਜ਼, ਵਟ ਐਵਰ ਹੀ ਹੈਜ਼ ਡਨ ਫॉर द कंट्री।
ਤੇ ਜਿਹੜੀਆਂ ਚੀਜ਼ਾਂ ਮੈਨੂੰ ਕੋਈ ਉਹਨਾਂ ਦੇ ਨਾਲ ਰਿਲੇਟਡ ਲਿਆ ਕੇ ਦਿੰਦਾ ਹੈ ਹਾਂ ਹਮੇਸ਼ਾ ਵੈਲਕਮ ਹੁੰਦਾ। ਮੈਂ ਇੱਕ ਧੀ ਦਾ ਨਾ ਜਿਗਰਾ ਮੈਂ ਸੁਣਿਆ, ਮੈਂ ਇੱਕ ਧੀ ਦੀ ਜਿਹਨੇ ਨਾ ਆਪਣੇ ਬਾਪ ਦੇ ਨਾਲ, ਆਪਣੇ ਫਾਦਰ ਦੇ ਨਾਲ ਅਟੈਚਮੈਂਟ ਸਭ ਤੋਂ ਵੱਧ ਹੁੰਦੀ ਹੈ ਪਰਿਵਾਰ ਦੇ ਵਿੱਚ ਦੇਖਿਆ ਜਾਵੇ। ਇੱਕ ਧੀ ਤੇ ਇੱਕ ਪਿਓ ਦਾ ਜਿਹੜਾ ਯਾਰ ਰਿਸ਼ਤਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਸ਼ਬਦਾਂ ਦੇ ਵਿੱਚ। ਤੁਹਾਡੇ ਫਾਦਰ ਸਾਹਿਬ ਸੀਗੇ, ਤੁਹਾਨੂੰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਵੀ ਉਹ ਸਰਦਾਰ, ਉਹ ਸਿੱਖ ਸਰਦਾਰ ਜਿਸ ਨੇ ਉਸ ਟਾਈਮ ਦੇ ਵਿੱਚ ਇੱਕ ਰਿਕਾਰਡ ਜਿਹੜਾ ਦਰਜ ਕੀਤਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ, ਜਿਹੜਾ ਅੱਜ ਤੱਕ ਨਹੀਂ ਤੋੜ ਸਕਿਆ ਕੋਈ। ਦੇਖੋ ਮਾਣ ਕਰਨ ਵਾਲੀਆਂ ਚੀਜ਼ਾਂ ਤੇ ਬਹੁਤ ਜ਼ਿਆਦਾ ਨੇ। ਈਵਨ ਇਫ ਆਈ ਗੋ ਬੈਕ ਫਰਮ ਡੈਡ, ਲਾਈਕ ਸਾਡੇ ਬਾਬਾ ਜੀ ਫਰੀडम ਫਾਈਟਰ ਸੀ, ਦਾਦਾ ਜੀ ਤੁਹਾਡੇ? ਦਾਦਾ ਜੀ। ਅੱਛਾ। ਔਰ ਕੁੜੀਆਂ ਨੂੰ, ਗਰਲ ਚਾਈਲਡ ਨੂੰ ਬਹੁਤ ਸਿਰ ਮੱਥੇ ਤੇ ਰੱਖਦੇ ਸੀ। ਉਹ ਇੰਨੇ ਸਾਲ ਪਹਿਲਾਂ ਜਦੋਂ ਮੈਂ 1948 'ਚ ਮੈਂ ਪੈਦਾ ਹੋਈ, ਉਹਦਾ ਡੈਡ ਫਰਸਟ ਓਲੰਪਿਕਸ ਜਿੱਤੇ ਲੰਡਨ ਵਿੱਚ, ਉਹਨਾਂ ਨੇ ਮੇਰੇ ਪੈਦਾ ਹੋਣ ਤੇ ਲੱਡੂ ਵੰਡੇ ਸੀ। ਅਰੇ ਵਾਹ। ਤੇ ਉਹ ਤੁਸੀਂ ਦੱਸੋ, ਜਿਹੜੀ ਫੈਮਿਲੀ 'ਚ ਕੁੜੀਆਂ ਨੂੰ ਇੰਨਾ ਮਾਣ ਦਿੱਤਾ ਜਾਂਦਾ, ਸਿਰ ਮੱਥੇ ਤੇ ਰੱਖਿਆ ਜਾਂਦਾ, ਤੇ ਉਹਦੇ ਬਾਅਦ ਫਿਰ ਅਗਲੀ ਪੁਸ਼ਤ ਡੈਡ ਮੇਰੇ ਫਾਦਰ, ਜਿਹੜੇ ਹਮੇਸ਼ਾ ਹੀ ਕਹਿੰਦੇ ਸੀ ਮੇਰਾ ਝੰਡਾ, ਮੇਰੀ ਕੰਟਰੀ। ਤੇ ਉਹ ਕਹਾਣੀ ਜਿਹੜੀ ਹੈ ਨਾ, ਉਹ ਸਮਝ ਲਓ ਕਿ ਸਾਰੀ ਫੈਮਿਲੀ ਵਿੱਚ ਫੀਲਿੰਗਸ ਰਨ ਕਰਦੀ ਹੈ। ਬਿਲਕੁਲ। ਸੋ ਉਹ ਉਹਨਾਂ ਦਾ ਹੈਗਾ। ਤੇ ਹੁਣ 2012 ਦੇ ਵਿੱਚ ਲੰਡਨ ਓਲੰਪਿਕਸ ਜਦੋਂ ਹੋਈਆਂ ਨੇ, ਉਹਨਾਂ ਨੇ ਤੇ ਇਹਨਾਂ ਨੂੰ ਕੀ ਕਹਿੰਦੇ ਨੇ, ਸਿਰਫ ਰਤਨ, ਸਾਰੀ ਦੁਨੀਆ ਦਾ ਰਤਨ ਬਣਾ ਦਿੱਤਾ। ਲਾਈਕ ਉਹਦੇ ਵਿੱਚ ਉਹਨਾਂ ਨੇ ਮਾਡਰਨ ਓਲੰਪਿਕਸ ਜਦੋਂ ਤੋਂ ਸ਼ੁਰੂ ਹੋਈਆਂ 1896 ਤੋਂ ਲੈ ਕੇ ਅੱਜ ਤੱਕ ਦੇ ਪੀਰੀਅਡ ਵਿੱਚੋਂ 16 ਆਈਕੋਨਿਕ ਓਲੰਪੀਅਨਸ ਚੁਣੇ ਫਰਮ ਸਾਰੀਆਂ ਗੇਮਸ ਵਿੱਚੋਂ, ਸਾਰੇ ਪਾਰਟਿਸਪੈਂਟਸ ਵਿੱਚੋਂ। ਠੀਕ ਹੈ। ਉਹਦੇ ਵਿੱਚੋਂ ਜਿਹੜੇ 16 ਸੀ, 8 ਮੈਨ 8 ਵੂਮਨ। ਠੀਕ ਹੈ। ਤੇ ਉਹਦੇ ਵਿੱਚ ਜਿਹੜੇ ਡੈਡ ਨੂੰ ਆਨਰ ਮਿਲੀ 8 ਮੈਨ ਵਿੱਚੋਂ, ਹਾਕੀ ਦਾ ਇੱਕੋ ਇੱਕ ਸਾਰੀ ਦੁਨੀਆ 'ਚੋਂ ਹਾਕੀ ਪਲੇਅਰ ਚੁਣਿਆ ਗਿਆ, ਜਿਹੜਾ ਡੈਡ ਨੂੰ ਚੁਣਿਆ। ਤੇ ਏਸ਼ੀਆ ਦਾ ਇੱਕੋ ਇੱਕ ਖਿਡਾਰੀ ਬਲਬੀਰ ਸਿੰਘ, ਐਂਡ ਇੰਡੀਆ ਦਾ ਤੇ ਫਿਰ ਹੋਣਾ ਹੀ ਸੀ ਇੱਕੋ ਇੱਕ ਖਿਡਾਰੀ ਇੰਡੀਆ ਤੋਂ। ਮੈਮ ਇਹ ਕਦੇ ਨਹੀਂ ਹੋਇਆ ਸੀ, ਕਿਉਂਕਿ ਮੈਂ ਵੀ ਉਹ ਕਲਿੱਪ ਵੇਖੀ ਸੀ, ਇਹ ਕਦੇ ਨਹੀਂ ਹੋਇਆ ਵੀ ਮੈਚ ਦੇ ਵਿੱਚ ਕਿਸੇ ਬੰਦੇ ਨੂੰ ਇੰਟਰੋਡਿਊਸ ਕਰਾਇਆ ਜਾਵੇ, ਉਹਨੂੰ ਕੁਐਸਚਨਿੰਗ ਕੀਤੀ ਜਾਵੇ, ਉਹਦੇ ਨਾਲ ਉਹਨੂੰ ਲੋਕਾਂ ਦੇ ਨਾਲ ਰੂਬਰੂ ਕਰਾਇਆ ਜਾਵੇ। ਇਹ ਪਹਿਲੀ ਵਾਰ ਹੋਇਆ ਸੀ ਹਿਸਟਰੀ ਦੇ ਵਿੱਚ। ਹੋਇਆ। ਬਹੁਤ ਕਿੰਨੀ ਵੱਡੀ ਆਨਰ ਦੀ ਗੱਲ ਹੈ ਕਿ ਇੱਕ ਦੂਸਰੀ ਕੰਟਰੀ ਵਿੱਚ ਉੱਥੇ ਓਲੰਪਿਕਸ ਦਾ ਮੈਚ ਚੱਲ ਰਿਹਾ ਹੈ, ਹਾਫ ਟਾਈਮ ਦੇ ਵਿੱਚ ਇਹਨਾਂ ਨੂੰ ਸਟੇਡੀਅਮ ਦੇ ਵਿੱਚ ਲਿਜਾ ਕੇ ਸਾਰੀ ਪਬਲਿਕ ਨੂੰ ਇੰਟਰੋਡਿਊਸ ਕਰਵਾਇਆ ਜਾਵੇ। ਬਹੁਤ ਵੱਡੀ ਖੁਸ਼ੀ ਦੀ ਗੱਲ ਸੀ, ਬਹੁਤ ਵੱਡੀ ਖੁਸ਼ੀ। ਅੱਛਾ, ਜਦ ਮੈਂ ਦੇਖਿਆ ਕਿ ਜ਼ਿਕਰ ਕਰਦੇ ਹੁੰਦੇ ਸੀਗੇ, ਜਦ ਆਖਰੀ ਟਾਈਮ ਸੀਗਾ, ਜਦ ਬਿਮਾਰ ਸੀ ਬਹੁਤ, ਮੈਂ ਤੁਹਾਡੀ ਦਰਸ਼ਕੋ ਟੀਵੀ ਸਕਰੀਨਸ ਤੇ ਕਾਫੀ ਫੋਟੋਜ਼ ਵੀ ਚੱਲ ਰਹੀਆਂ ਹੋਣਗੀਆਂ, ਉਸ ਦੇ ਵਿੱਚ ਵੇਖ ਸਕਦੇ ਹਾਂ ਕਿ ਉਹਨਾਂ ਦੇ ਬਿਲਕੁਲ ਸਾਹਮਣੇ ਜਿਹੜਾ ਸੀਗਾ ਇੱਕ ਇੰਡੀਅਨ ਫਲੈਗ ਜਿਹੜਾ ਸੀਗਾ ਉਹਨਾਂ ਦੇ ਜਿਹੜੇ ਦੋਤੇ ਵੱਲੋਂ ਉੱਥੇ ਲਗਾਇਆ ਗਿਆ। ਤਾਂ ਉਸ ਤੋਂ ਬਾਅਦ ਉਹਨਾਂ ਦਾ ਰਿਐਕਸ਼ਨ ਕੀ ਸੀ? ਬਹੁਤ ਖੁਸ਼। ਉਹ ਤਾਂ ਝੰਡਾ ਤੇ ਉਹਨਾਂ ਲਈ ਟੌਨਿਕ ਹੁੰਦਾ ਸੀ ਹਮੇਸ਼ਾ। ਜਦੋਂ ਪੀਜੀਆਈ ਵਿੱਚ ICU ਤੋਂ ਨਿਕਲ ਕੇ ਆਪਣੇ ਕਮਰੇ 'ਚ ਆਏ ਤੇ ਉੱਥੇ ਉੱਧਰੋਂ ਮੈਚਸ ਚੱਲ ਰਹੇ ਸੀ ਹਾਕੀ ਦੇ, ਤੇ ਬੇਟੇ ਨੇ ਲਿਆ ਕੇ ਵੱਡਾ ਸਾਰਾ ਇੱਕ ਨੈਸ਼ਨਲ ਫਲੈਗ, ਜਿਹੜੀ ਸਾਹਮਣੇ ਦੀਵਾਰ ਸੀ ਉਹਨਾਂ ਦੇ ਬੈੱਡ ਤੋਂ, ਉਹਦੇ ਪੂਰੀ ਦੀਵਾਰ ਦੇ ਉੱਪਰ ਨੈਸ਼ਨਲ ਫਲੈਗ ਲਾ ਦਿੱਤਾ। ਉੱਧਰੋਂ ਮੈਚ ਹੋ ਰਿਹਾ ਤੇ ਉਹ ਜਿਹੜਾ ਬੰਦਾ ਪਾਸਾ ਵੀ ਨਹੀਂ ਪਰਤ ਸਕਦਾ, ਉਹ ਝੰਡੇ ਨੂੰ ਦੇਖ ਕੇ ਤਾਲੀਆਂ ਮਾਰਦੇ ਸੀ। ਸੋ ਉਦੋਂ ਫਿਰ ਉੱਥੋਂ ਨਿਕਲ ਕੇ ਠੀਕ ਹੋ ਕੇ ਘਰ ਆਏ ਵਾਪਸ, ਤੇ ਡਾਕਟਰਸ, ਨਰਸਿਸ ਸਭ ਕਹਿੰਦੇ ਸੀ ਵੀ ਅਸੀਂ ਇੰਨਾ ਦਲੇਰ ਬੰਦਾ ਦੇਖਿਆ ਨਹੀਂ ਹੈ, ਇੰਨੀ ਮੈਂਟਲ ਸਟਰੈਂਥ ਕਿ ਬਈ ਬੰਦਾ 96 ਇਅਰਸ ਦਾ ਹੋਵੇ, ਇੰਨੀ ਸੀਰੀਅਸ ਕੰਡੀਸ਼ਨ 'ਚੋਂ ਬਾਹਰ ਨਿਕਲਿਆ ਹੋਵੇ। ਇੱਕ ਵਰਲਡ ਰੈਕੋਰਡ ਦੇ ਵਿੱਚ ਜਿੱਥੇ ਲਾਸਟ ਜਿਹੜਾ ਆਪਾਂ ਮੈਂ ਕਹਿ ਸਕਦਾ ਵੀ ਜਿਹੜਾ ਇੰਡੀਅਨ ਹਾਕੀ ਟੀਮ ਨੇ ਜਿਹੜਾ ਵਰਲਡ ਕੱਪ ਜਿੱਤਿਆ ਸੀਗਾ ਹਾਕੀ ਦੇ ਵਿੱਚ, ਜਿਹੜਾ ਗੋਲਡ ਲਿਆਂਦਾ ਸੀਗਾ, ਉਹਦੇ ਮੇਨ ਕਰਤਾ ਧਰਤਾ ਜਿਹੜੇ ਸੀ ਬਲਬੀਰ ਸਿੰਘ ਜੀ ਸੀਗੇ। ਤੇ ਇਹ ਜਦ ਉਹਨਾਂ ਨੂੰ ਮੈਂ ਇਹ ਵੀ ਸੁਣਿਆ ਵੀ ਇਹ ਜਿਹੜੀ ਡਿਊਟੀ ਉਹਨਾਂ ਨੂੰ ਜਿਹੜੀ ਸੌਂਪੀ ਗਈ ਸੀਗੀ, ਇਹ ਸਾਰਿਆਂ ਨੇ ਹੱਥ ਖੜੇ ਕਰਤੇ ਸੀਗੇ ਵੀ ਅਸੀਂ ਇਸ ਟੀਮ ਤੋਂ ਗੋਲਡ ਮੈਡਲ ਕਦੇ ਲਿਆ ਹੀ ਨਹੀਂ ਸਕਦੇ। ਤਾਂ ਬਲਬੀਰ ਸਿੰਘ ਜੀ ਨੇ ਕਿਹਾ ਸੀਗਾ ਵੀ ਨਹੀਂ, ਇਹ ਮੈਨੂੰ ਦਿਓ, ਮੈਂ ਕਰ ਸਕਦਾ ਕੰਮ। ਹਾਂਜੀ, ਉਹਨਾਂ ਦਿਨਾਂ ਵਿੱਚ ਹਾਕੀ ਦੀ ਸਟੇਟਸ ਕਾਫੀ ਲੋ ਸੀ, ਤੇ
ਆਫਰ ਕੀਤਾ ਗਿਆ ਮੈਚ ਟ੍ਰੇਨਿੰਗ, ਬੜੇ ਲੋਕਾਂ ਨੂੰ ਸਾਰਿਆਂ ਨੇ ਡਿਕਲਾਈਨ ਕਰ ਦਿੱਤਾ। ਤੇ ਪਹਿਲੀ ਵਾਰੀ ਜ਼ਿੰਦਗੀ ਵਿੱਚ ਮੇਰੇ ਮਦਰ ਤੇ ਫਾਦਰ ਅਮਰੀਕਾ ਗਏ ਸੀ ਘੁੰਮਣ, ਤੇ ਸੈਕੰਡਰੀ ਸੀ ਜੌਨ ਐਫ ਕੈਨੇਡੀ ਟੂਰਨਾਮੈਂਟ ਹੁੰਦਾ ਉੱਥੇ, ਉਹਦੇ ਵਿੱਚ ਉਹਨਾਂ ਨੂੰ ਚੀਫ ਗੈਸਟ ਬੁਲਾਇਆ ਗਿਆ ਸੀ। ਤੇ ਉਹ ਕਹਿੰਦੇ ਵੀ ਮੈਂ ਆਫੀਸ਼ੀਅਲੀ ਤਾਂ ਜਾਣਾ ਹੀ ਜਾਣਾ ਹੈ। ਮੇਰੀ ਮਦਰ ਨੂੰ ਕਿਹਾ ਤੈਨੂੰ ਮੈਂ ਕਦੀ ਅੱਜ ਤੱਕ ਘੁਮਾਉਣ ਨਹੀਂ ਲੈ ਕੇ ਗਿਆ, ਕਿਉਂਕਿ ਉਹ ਸਾਨੂੰ ਬੱਚਿਆਂ ਨੂੰ ਸਾਂਭਣ 'ਚ ਲੱਗੇ ਰਹੇ। ਡੈਡ ਹਾਕੀ ਖੇਡਦੇ ਲੱਗੇ ਰਹੇ, ਹਾਕੀ ਖੇਡਦੇ, ਤੇ ਉਹਨਾਂ ਨੂੰ ਪਹਿਲੀ ਵਾਰੀ ਲੈ ਕੇ ਅਮਰੀਕਾ ਗਏ ਸੀ। ਤੇ ਉੱਥੇ ਪੰਜਾਬ ਗਵਰਨਮੈਂਟ ਨੇ ਉੱਥੇ ਮੈਸੇਜ ਕੀਤਾ ਕਿ ਵੀ ਤੂੰ ਇੱਕ ਵਾਰੀ ਕਿਹਾ ਸੀ ਵੀ ਜੇ ਮੈਂ ਕੈਂਪ ਲਵਾਂ, ਮੈਂ ਟ੍ਰੇਨਿੰਗ ਲਵਾਂ, ਮੈਂ ਜਿਤਾ ਲਵਾਂਗਾ ਮੁੰਡਿਆਂ ਨੂੰ, ਤੇ ਤੁਸੀਂ ਦੱਸੋ ਵੀ ਤੂੰ ਹੁਣ ਵੀ ਰੈਡੀ ਹੈਗਾ? ਇਹ ਕਹਿੰਦੇ ਵੀ ਜੇ ਮੈਂ ਕਿਹਾ ਸੀ ਤੇ ਮੈਂ ਆਲਵੇਜ਼ ਰੈਡੀ ਹਾਂ, ਮੈਂ ਆਪਣੀ ਵਰਡਸ ਤੋਂ ਨਹੀਂ ਮੁੱਕਰਦਾ। ਤੇ ਕਹਿੰਦੇ ਆ ਜਾ ਫਿਰ। ਤੇ ਉੱਥੇ ਬਸ ਉੱਥੋਂ ਹੀ ਆਪਣੀ ਹੌਲੀਡੇ ਵਿੱਚੋਂ ਕੱਟ ਕਰਕੇ ਤੇ ਆ ਗਏ। ਤੇ ਆ ਗਏ ਇੱਥੇ ਆ ਕੇ ਕੈਂਪ ਲੈ ਲਿਆ। ਤੇ ਫਿਰ ਤੁਸੀਂ ਇੱਕ ਚੀਜ਼ ਕਹੀ ਸੀ ਕਿ ਉਹਨਾਂ ਨੇ ਕਰਤਾ ਧਰਤਾ ਸਾਰੇ ਉਹੀ ਸੀ, ਪਰ ਉਹ ਜਿਹੜੇ ਸ਼ਖਸ ਇਹੋ ਜਿਹੇ ਸੀ ਨਾ, ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਸੀ। ਉਹਨਾਂ ਨੇ ਆਪ ਤੇ ਕੋਚਿੰਗ ਕੀਤੀ। ਕੰਡੀਸ਼ਨ ਇਹੀ ਸੀ ਵੀ ਮੇਰੀ ਸਿਲੈਕਸ਼ਨ ਵਿੱਚ ਕੋਈ ਇੰਟਰਫੇਅਰ ਨਹੀਂ ਕਰੂਗਾ ਬਾਹਰਲਾ, ਠੀਕ ਹੈ, ਤੇ ਨਾ ਹੀ ਕੋਈ ਕੋਚਿੰਗ ਵਿੱਚ ਕਰੂਗਾ। ਉਹਨਾਂ ਦੇ ਨਾਲ ਕੋਚ ਸੀ, ਬੜੇ ਚੰਗੇ ਦੋਸਤ ਵੀ ਸੀ, ਜੂਨੀਅਰ ਕੋਚ ਉਹਨਾਂ ਦੇ ਜੀ, ਤੇ ਉਹ ਸੀ ਬੋਧੀ ਅੰਕਲ, ਅਸੀਂ ਬੁਲਾਉਂਦੇ ਸੀ ਉਹਨਾਂ ਨੂੰ। ਤੇ ਹੋਰ ਜਿਹੜੇ ਹਾਕੀ ਪ੍ਰੇਮੀ ਹੁੰਦੇ ਸੀ, ਜਿਹੜੇ ਹਾਕੀ ਜਾਣਦੇ ਸੀ ਚੰਗੀ ਤਰ੍ਹਾਂ, ਉਹ ਹਮੇਸ਼ਾ ਮੈਚ ਦੇਖਦੇ ਸੀ ਜਦੋਂ ਟ੍ਰੇਨਿੰਗ ਹੋ ਰਹੀ ਹੁੰਦੀ ਸੀ। ਤੇ ਸ਼ਾਮ ਨੂੰ ਚਾਹ ਦੇ ਕੱਪ ਦੇ ਉੱਪਰ ਸਾਰੇ ਜਣੇ ਬੈਠ ਕੇ ਡਿਸਕਸ ਕਰਦੇ ਸੀ ਉਹ ਦਿਨ ਦੀ ਮੈਚ। ਤੇ ਫਿਰ ਸਾਰੇ ਜਣੇ ਇਕੱਠੀ ਸਲਾਹ ਬਣਾਉਂਦੇ ਸੀ ਵੀ ਇਹਦੀ ਆਹ ਗਲਤੀ ਸੀ, ਇਹਦੀ ਇਹ ਗਲਤੀ ਸੀ, ਰੈਕਟੀਫਾਈ ਟੁਮਾਰੋ ਅਗੇਨ। ਉਹਨਾਂ ਦੀ ਟ੍ਰੇਨਿੰਗ ਫਿਰ ਉਸ ਹਿਸਾਬ ਨਾਲ ਹੁੰਦੀ ਸੀ। ਤੇ ਸਾਰੇ ਬੜੇ ਚੰਗੇ ਲੋਕ ਸੀ। ਤੇ ਈਵਨ ਜਿਹੜੇ PGI ਦੇ ਡਾਕਟਰ ਸੀ, ਉਹ ਹੈਲਥ ਦਾ ਧਿਆਨ ਰੱਖਦੇ ਸੀ। CMC ਲੁਧਿਆਣਾ ਵਾਲੇ ਸੀ, ਯੋਗਾ ਇੰਸਟਰਕਟਰ ਸੀ, ਤੇ ਹੋਰ ਦੋਸਤ ਬੜੇ ਚੰਗੇ ਸੀ। ਇੱਥੇ ਕੈਂਪ ਲੱਗਾ ਸੀ ਆਪਣਾ ਪੰਜਾਬ ਯੂਨੀਵਰਸਿਟੀ 'ਚ, ਉੱਥੋਂ ਦੇ ਜਿਹੜੇ ਡਾਇਰੈਕਟਰ ਸਪੋਰਟਸ ਹੈਗੇ ਸੀ, ਉਹ ਵੀ ਹਮੇਸ਼ਾ 5 ਕੇ 6 ਗਰਾਊਂਡ, ਹਮੇਸ਼ਾ ਇੱਕ ਨਾ ਇੱਕ ਗਰਾਊਂਡ ਤਿਆਰ ਰਹਿੰਦੀ ਸੀ ਪ੍ਰੈਕਟਿਸ ਕਰਨ ਲਈ। ਪਰਸਨਲੀ ਦੇਖਦੇ ਸੀ ਉਹ। ਤੇ ਉਸ ਇੰਨੇ ਲੋਕਾਂ ਨੇ ਜਦੋਂ ਵਿੱਚ ਆਪਣਾ ਪਾਇਆ ਹੋਵੇ, ਹੈਲਪ ਕੀਤੀ ਹੋਵੇ, ਤੇ ਮੈਚ ਤੇ ਟੀਮ ਤੇ ਬਣਨੀ ਸੀ। ਮੁੰਡੇ ਬਹੁਤ ਚੰਗੇ ਸੀ, ਜਿਸ ਤਰ੍ਹਾਂ ਉਹਨਾਂ ਨੂੰ ਸਿਖਾਇਆ ਜਾਂਦਾ ਉਹ ਸਿੱਖਦੇ। ਸੋ 1975 ਵਰਲਡ ਕੱਪ ਦੀ ਟੀਮ ਵਾਜ਼ ਦਾ ਬੈਸਟ ਟੀਮ ਐਵਰ। ਜਦੋਂ ਜਾਣ ਤੋਂ ਪਹਿਲਾਂ ਹੀ ਉਹਨਾਂ ਨੂੰ ਪਤਾ ਸੀ ਵੀ ਅਸੀਂ ਜਿੱਤ ਕੇ ਆਉਣਾ ਵਾਪਸ। ਕੀ ਬਾਤ, ਇਹ ਸੀ ਉਹਨਾਂ ਦੀ ਗੱਲ। ਪਰ ਕਿਤੇ ਨਾ ਕਿਤੇ ਮੈਮ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਉਹ, ਮੈਂ ਕਹਿ ਸਕਦਾ ਵੀ ਇੱਕ ਪ੍ਰਾਊਡ ਸੀਗਾ ਆਪਣੇ ਸਿੱਖਾਂ ਵਾਸਤੇ, ਆਪਣੇ ਪੰਜਾਬੀਆਂ ਵਾਸਤੇ, ਜਿਹਨੇ ਇੰਨਾ ਮਾਣ ਕੀਤਾ ਸੀਗਾ ਵੀ ਅੱਜ ਵੀ ਕਾਫੀ ਲੋਕ ਜਿਹੜੇ ਨੇ, ਖਾਸ ਕਰਕੇ ਜਿਹੜੇ ਸਪੋਰਟਸ ਨੂੰ ਤਾਲੁਕ ਰੱਖਦੇ ਨੇ, ਉਹ ਜਦ ਬਲਬੀਰ ਸਿੰਘ ਜੀ ਦਾ ਨਾਂ ਸੁਣਦੇ ਨੇ ਤਾਂ ਫਕਰ ਨਾਲ ਜਿਹੜੀ ਛਾਤੀ ਹੈ ਚੌੜੀ ਹੋ ਜਾਂਦੀ ਹੈ। ਕਈ ਵਾਰ ਤਾਂ ਆਪਣੀ ਸੀਟ ਤੋਂ ਖੜੇ ਵੀ ਉੱਠਦੇ ਨੇ ਜਦ ਇਹਨਾਂ ਦਾ ਨਾਂ ਸੁਣਦੇ ਨੇ। ਇੱਕ ਐਸਾ ਰੁਤਬਾ ਬਣਾਇਆ ਸੀ। ਪਰ ਸ਼ਾਇਦ ਹੋ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੰਮੇ ਸੀ, ਭਾਰਤ ਦੇ ਵਿੱਚ ਜੰਮੇ ਸੀ, ਇਹ ਕਿਤੇ ਨਾ ਕਿਤੇ ਸ਼ਾਇਦ ਕੋਈ ਕਮੀ ਰਹਿ ਗਈ ਵੀ, ਕਿਉਂਕਿ ਤਾਂ ਹੀ ਉਹਨਾਂ 'ਤੇ ਸਰਕਾਰ ਵੱਲੋਂ ਇੰਨਾ ਜ਼ੋਰ ਨਾ ਦਿੱਤਾ ਗਿਆ, ਸਰਕਾਰ ਵੱਲੋਂ ਇੰਨੀ ਕਦਰ ਨਾ ਕੀਤੀ ਗਈ? ਬੜਾ ਡਿਫਿਕਲਟ ਕੁਐਸਚਨ ਹੈ ਇਹ, ਤੇ ਮੈਂ ਇਹਦਾ ਜਵਾਬ ਕੀ ਦੇਵਾਂ। ਪਰ ਮੈਨੂੰ ਲੱਗਦਾ ਹੈ ਬਾਕੀ ਜਰਨਲਿਸਟਸ ਜ਼ਿਆਦਾ ਸਮਝਦੇ ਹੋਣਗੇ ਇਸ ਗੱਲ ਨੂੰ। ਉਹ ਤਾਂ ਪੰਜਾਬ, ਹੀ ਵਾਜ਼ ਪ੍ਰਾਊਡ ਆਫ ਬੀਇੰਗ ਅ ਪੰਜਾਬੀ, ਇੱਕ ਆਰਡੀਨਰੀ ਜਿਹੀ ਫੈਮਿਲੀ ਤੋਂ ਉੱਠ ਕੇ, ਕਿਉਂਕਿ ਉਹ ਜਿਹੜਾ ਦਿਮਾਗ 'ਚ ਫਤੂਰ ਸੀ ਨਾ, ਮੇਰਾ ਕੰਟਰੀ, ਮੇਰਾ ਝੰਡਾ, ਉਹ ਹਮੇਸ਼ਾ ਇਹ ਕਹਿੰਦੇ ਸੀ ਵੀ ਮੇਰੀ ਜ਼ਿੰਦਗੀ ਤੇ ਕਰਮਾ, ਮਤਲਬ ਮੈਂ ਕਰਨਾ ਹੀ ਕਰਨਾ ਹੈ ਜੋ ਵੀ ਮੇਰੇ, ਸੋ ਦੈਟ ਆਈ ਕੈਨ ਕੰਟਰੀਬਿਊਟ ਟੂਵਰਡਸ ਦਾ ਆਨਰ ਆਫ ਤਿਰੰਗਾ। ਇਹੀ ਉਹਨਾਂ ਦੇ ਫਾਦਰ ਨੇ ਸਿਖਾਇਆ ਸੀ, ਕਿਉਂਕਿ ਉਹ ਵੀ ਸੁਤੰਤਰਤਾ ਸੈਨਾਨੀ ਸੀ। ਉਹ ਦੇਖੋ ਤਾਮਰ ਪੱਤਰ ਉਹਨਾਂ ਨੂੰ ਮਿਲਿਆ ਹੋਇਆ, ਤੇ ਉਹ ਇਹੋ ਜਿਹੇ ਸੀ। ਤੇ ਉਹ ਹਮੇਸ਼ਾ ਇਹ ਕਹਿੰਦੇ ਸੀ, ਮਤਲਬ ਉਹਨਾਂ ਲਈ ਇੱਕੋ ਹੀ ਟਾਰਗੇਟ ਸੀ ਵੀ ਮੈਂ ਕੁਛ ਵੀ ਕਰਾਂ, ਮੈਂ ਆਪਣੀ ਕੰਟਰੀ ਲਈ ਕੰਟਰੀਬਿਊਟ ਕਰਨਾ, ਆਨਰ, ਵਰਲਡ ਵਿੱਚ ਮੇਰੀ ਕੰਟਰੀ ਚਮਕੇ। ਤੇ ਇੱਥੋਂ ਤੱਕ ਕਿ ਤੁਸੀਂ ਜਿਸ ਤਰ੍ਹਾਂ ਵਰਲਡ ਕੱਪ ਦੀ ਗੱਲ ਕੀਤੀ ਹੈ, ਡਿਊਰਿੰਗ ਕੋਚਿੰਗ ਕੈਂਪ ਉਹਨਾਂ ਦੇ ਫਾਦਰ ਸਾਹਿਬ
ਦੀ ਡੈਥ ਹੋ ਗਈ, ਸਾਡੇ ਕੋਲੇ ਹੀ ਰਹਿੰਦੇ ਸੀ ਚੰਡੀਗੜ੍ਹ। ਸਿਰਫ ਉਹਨਾਂ ਦੀ ਕ੍ਰਿਮੇਸ਼ਨ ਲਈ ਆਫ ਲਿਆ, ਉਹਦੇ ਬਾਅਦ ਦੁਬਾਰਾ ਕੋਚਿੰਗ ਕੈਂਪ 'ਚ ਚਲੇ ਗਏ। ਹਾਕੀ ਟੀਮ ਤਿਆਰ ਕਰਨੀ ਸੀ। ਮੇਰੀ ਮੰਮੀ ਜਿਹੜੇ ਸੀ ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ, ਕਿਉਂਕਿ ਉਹਨਾਂ ਨੂੰ ਸ਼ੌਕ ਲੱਗਾ ਕਿ ਫਾਦਰ ਇਨ ਲਾ ਨਾਲ ਪਿਆਰ ਬਹੁਤ ਕਰਦੇ ਸੀ ਕਿ ਉਹਨਾਂ ਦੇ ਪਾਸਟ ਅਵੇ। ਸੋ ਸ਼ੀ ਵਾਸ ਇਨ ਕੋਮਾ, ਐਡਮਿਟਡ ਇਨ ਦਾ ਹਸਪੀਟਲ। ਅਤੇ ਇਹਨਾਂ ਕੰਡੀਸ਼ਨਸ ਵਿੱਚ ਵੀ ਜਦੋਂ ਬੰਦਾ ਆਪਣੀ ਟ੍ਰੇਨਿੰਗ ਤੋਂ ਇੱਕ ਦਿਨ ਵੀ ਛੁੱਟੀ ਨਹੀਂ ਕਰਦਾ, ਰਾਤੀ ਉਹਨਾਂ ਨੂੰ ਬੱਚਿਆਂ ਨੂੰ ਸਾਰਾ ਦਿਨ ਉਹਨਾਂ ਦੇ ਨਾਲ ਹੀ ਰਹਿੰਦੇ ਸੀ ਉਹ ਇੱਥੇ ਕੈਂਪ ਵਿੱਚ, ਅਤੇ ਉਹਨਾਂ ਨੂੰ ਸੁਆ ਕੇ ਰਾਤੀ ਫਿਰ ਡੈਡ ਮਾਂ ਨੂੰ ਦੇਖਣ ਜਾਂਦੇ ਸੀ PGI ਰਾਤੀ 11-12 ਵਜੇ, ਥੋੜ੍ਹੇ ਘੰਟੇ ਬੈਠ ਕੇ ਉਹਨਾਂ ਕੋਲ, ਫਿਰ ਵਾਪਸ ਆ ਜਾਣਾ, ਸਵੇਰ ਦੀ ਟ੍ਰੇਨਿੰਗ ਫਿਰ ਕਰਵਾਉਣੀ ਹੈ 5 ਵਜੇ। ਸੋ ਜਦੋਂ ਸਾਰੇ ਜਣੇ ਇਹ ਦੇਖਦੇ ਨੇ ਨਾ ਵੀ ਇਹਦੀ ਇੰਨੀ ਡੈਡੀਕੇਸ਼ਨ ਆਪਣੀ ਹੈਗੀ ਹੈ, ਫਿਰ ਹੋਰ ਵੀ ਲੋਕ ਜ਼ਿਆਦਾ ਹੈਲਪ ਕਰਦੇ ਨੇ। ਸੋ ਸਾਰਿਆਂ ਨੇ ਰਲ ਕੇ ਉਹ ਜਿਹੜੀ ਟੀਮ ਤਿਆਰ ਕੀਤੀ ਉਹ ਕੀਤੀ। ਅਤੇ ਬਾਕੀ ਉਹ ਜਦੋਂ ਮੈਂ ਵੀ ਆਪਣੇ ਡੈਡ ਨੂੰ ਹਮੇਸ਼ਾ ਇਹੀ ਕੁਐਸਚਨ ਪੁੱਛਣਾ ਜਿਹੜਾ ਤੁਸੀਂ ਮੈਨੂੰ ਪੁੱਛਿਆ, ਮੇਰਾ ਅਗਲਾ ਸਵਾਲ ਇਹੀ ਸੀ, ਇਹੀ ਮੈਂ ਪੁੱਛਣਾ, ਮੈਂ ਕਹਿਣਾ ਕਿ ਡੈਡ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਤੁਸੀਂ ਤਾਂ ਸਾਰੀ ਜ਼ਿੰਦਗੀ ਆਪਣੀ ਕੰਟਰੀ ਲਈ ਕੰਟਰੀਬਿਊਟ ਕਰਦੇ ਰਹੇ, ਕੰਟਰੀ ਨੇ ਕੀ ਹੈ, ਅਤੇ ਤੁਹਾਡੀ ਈਵਨ ਐਟ ਦਾ ਕਾਸਟ ਆਫ ਯੂਰ ਓਨ ਫੈਮਿਲੀ, ਕਿਉਂਕਿ ਡੈਡ ਤਾਂ ਖੇਡਾਂ 'ਚ ਰਹਿੰਦੇ ਸੀ, ਸਾਨੂੰ ਮਾਂ ਨੇ ਪੜ੍ਹਾਇਆ, ਮਾਂ ਨੇ ਸਾਂਭਿਆ 4-4 ਬੱਚਿਆਂ ਨੂੰ। ਅਤੇ ਬਈ ਤੁਸੀਂ ਮੈਨੂੰ ਦੱਸੋ ਤੁਹਾਨੂੰ ਕੰਟਰੀ ਨੇ ਕੀ ਦਿੱਤਾ? ਫਿਰ ਉਹਨਾਂ ਦਾ ਕੀ ਜਵਾਬ ਸੀ? ਹੱਸ ਪੈਂਦੇ ਸੀ, ਕਹਿੰਦੇ ਬੇਟਾ ਮੈਂ ਤਾਂ ਹਮੇਸ਼ਾ ਬਾਬਾ ਨਾਨਕ ਐਂਡ ਸ਼੍ਰੀ ਕ੍ਰਿਸ਼ਨ ਦੋਨਾਂ ਨੇ ਇਹੀ ਕਿਹਾ ਬਈ ਕਰਮਾਂ ਕਰੋ, ਫਲ ਦਾ ਵੇਟ ਨਾ ਕਰੋ, ਫਲ ਦਾ ਇੰਤਜ਼ਾਰ ਨਾ ਕਰੋ। ਸੋ ਮੈਂ ਤਾਂ ਕੰਟਰੀਬਿਊਟ ਹੀ ਕੀਤਾ ਹੈ, ਬਾਕੀ ਫਲ ਦੇਣਾ ਉੱਪਰ ਵਾਲੇ ਦਾ ਕੰਮ ਹੈ ਜਾਂ ਆਪਣੀ ਕੰਟਰੀ 'ਚ ਸਰਕਾਰਾਂ ਨੇ ਉਹਨਾਂ ਦਾ ਕੰਮ ਹੈ, ਮੈਂ ਕੁਛ ਨਹੀਂ ਕਰ ਸਕਦਾ। ਇਹ ਉਹਨਾਂ ਦਾ ਜਵਾਬ ਸੀ। ਇਹ ਜਵਾਬ ਹੱਸ ਛੱਡਦੇ ਸੀ ਹਰ ਇੱਕ ਗੱਲ 'ਤੇ, ਬਸ ਇਹੀ ਕਹਿ ਦਿੰਦੇ। ਪਰ ਜਿਵੇਂ ਮੈਡਲਸ ਜਿਹੜੇ ਸੀਗੇ, ਜਿਹੜੇ ਹੁਣ ਤਾਜ਼ਾ ਜਿਹੜੀ ਲੇਟੈਸਟ ਮੈਂ ਕਹਿ ਸਕਦਾ ਵੀ ਜਿਹੜੇ ਮੈਡਲਸ ਵਾਸਤੇ ਤੁਸੀਂ ਸਰਕਾਰ ਤੋਂ ਗੁਹਾਰ ਲਗਾਈ ਸੀ ਵੀ ਉਹ ਸਾਨੂੰ ਦਿੱਤੇ ਜਾਣ, ਅਤੇ ਜਿਹੜਾ ਮੇਨ ਜਿਹੜੀ ਚੀਜ਼ ਸੀ ਉਹ ਜਿਹੜਾ ਬਲੇਜ਼ਰ ਸੀਗਾ, ਜਿਹੜਾ 1956 ਦਾ ਜਿਹੜਾ ਕੈਪਟਨ ਦਾ ਬਲੇਜ਼ਰ ਜਿਹੜਾ ਸੀ ਓਲੰਪਿਕ ਗੇਮਸ ਦਾ, ਉਹ ਵੀ ਜਿਹੜਾ ਆ ਕਿਤੇ ਨਾ ਕਿਤੇ ਗੁੰਮ ਹੋ ਗਿਆ ਜਾਂ ਲੁਕਾਤਾ, ਜਾਂ ਕਿਤੇ ਹਿਸਟਰੀ ਮੁਕਾਉਣ ਦੀ ਗੱਲ ਕੀਤੀ ਜਾਵੇ। ਬਹੁਤ ਐਸੀਆਂ ਚੀਜ਼ਾਂ, ਕਾਫੀ ਵੱਡੇ ਸਵਾਲ ਨੇ ਇਹ ਕੀਤੇ ਜਿਹੜੇ ਖੜੇ ਕੀਤੇ ਆ। ਤੁਸੀਂ ਇਹ ਸਵਾਲ ਸਰਕਾਰ ਨੂੰ ਕਰਨ ਦੀ ਕੋਸ਼ਿਸ਼ ਕੀਤੀ? ਇਹ ਬੜੇ ਦੁੱਖ ਦੀ ਰਗ 'ਤੇ ਤੁਸੀਂ ਹੱਥ ਰੱਖਿਆ। ਕਈ ਵਾਰੀ ਮੈਂ ਸੋਚਦੀ ਹਾਂ ਕਿ ਸਾਨੂੰ ਇੰਨਾ ਬੁਰਾ ਫੀਲ ਹੁੰਦਾ ਹੈ ਕਿ ਮੇਰੇ ਫਾਦਰ ਨੂੰ ਕੀ ਫੀਲ ਹੁੰਦਾ ਹੋਣਾ। ਕਹਿੰਦੇ ਨਹੀਂ ਸੀ ਕੁਛ ਵੀ ਮੂੰਹ ਹੈ। ਤੁਹਾਡੇ ਨਾਲ ਕਦੇ ਜ਼ਿਕਰ ਨਹੀਂ ਕੀਤਾ ਇਸ ਚੀਜ਼ ਦਾ? ਕਿਉਂਕਿ ਧੀ ਨਾਲ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਸਾਂਝੀਆਂ ਹੁੰਦੀਆਂ ਨੇ। ਕਰਦੇ ਸੀ, ਪਰ ਉਹ ਹਮੇਸ਼ਾ ਜਿਸ ਤਰ੍ਹਾਂ ਇੱਕ ਡਾਟਰ ਨੂੰ ਬਰੇਵ ਚਾਈਲਡ ਵੀ ਬਣਾਉਣਾ ਹੁੰਦਾ ਹੈ, ਉਹ ਹਮੇਸ਼ਾ ਇਹੀ ਹਾਸੇ ਵਿੱਚ ਬੜੀਆਂ ਚੀਜ਼ਾਂ ਟਾਲ ਦਿੰਦੇ ਸੀ। ਅਤੇ ਯਾਦ ਤਾਂ ਕਰਦੇ ਹੀ ਹੋਣਗੇ, ਕਿਉਂਕਿ ਜਿਹੜਾ ਉਹਨਾਂ ਦਾ ਖਜ਼ਾਨਾ ਉਹਨਾਂ ਨੂੰ ਮੈਨੂੰ ਤਾਂ ਫੀਲ ਹੁੰਦਾ ਸੀ ਬਈ ਉਹਨਾਂ ਨੂੰ ਦੇਣਾ ਤੇ ਕੀ ਸੀ, ਕੰਟਰੀ ਨੇ, ਲੋਕਾਂ ਨੇ, ਉਹਨਾਂ ਦੀਆਂ ਆਪਣੀਆਂ ਕਮਾਈ ਦੀਆਂ ਚੀਜ਼ਾਂ, ਜਿਹੜੀ ਪਹਿਲੀ ਨੈਸ਼ਨਲ ਤੋਂ ਲੈ ਕੇ ਸਾਰੀ ਤੁਹਾਡੀ ਜ਼ਿੰਦਗੀ ਦੇ 36 ਮੈਡਲ, 120 ਤੋਂ ਜ਼ਿਆਦਾ ਫੋਟੋਗ੍ਰਾਫਸ, ਉਹਨਾਂ ਦੀਆਂ ਰੇਅਰ ਫੋਟੋਗ੍ਰਾਫਸ, ਕਿਉਂਕਿ ਉਦੋਂ ਆਪਣੇ ਕੋਲ ਕੋਈ ਕਾਪੀ ਹੁੰਦੀ ਨਹੀਂ ਹੈ, ਉਦੋਂ ਤਾਂ ਕੰਪਿਊਟਰ ਹੁੰਦੇ ਨਹੀਂ ਸੀ, ਅਤੇ ਓਰੀਜਨਲ ਪਿਕਚਰਸ ਉਹ ਸੀ 120 ਤੋਂ ਜ਼ਿਆਦਾ। ਅਤੇ ਬਲੇਜ਼ਰ 1956 ਦਾ ਜਿਹੜਾ ਉਹਨਾਂ ਨੇ ਐਜ਼ ਅ ਕੈਪਟਨ ਐਂਡ ਐਜ਼ ਅ ਫਲੈਗ ਬੇਅਰਰ ਆਫ ਦਾ ਐਂਟਾਇਰ ਇੰਡੀਅਨ ਕੰਟੀਜੈਂਟ, ਉਹ ਜਿਹੜਾ ਬਲੇਜ਼ਰ ਸੀ ਉਹ ਇਹਨਾਂ ਨੇ 1985 ਵਿੱਚ ਸਾਈ ਵਾਲਿਆਂ ਨੇ ਆਪ ਮੰਗਿਆ ਸੀ ਸਾਰੀਆਂ ਚੀਜ਼ਾਂ। ਉਹ ਕਹਿੰਦੇ ਜੀ ਅਸੀਂ ਇੱਕ ਮਿਊਜ਼ੀਅਮ ਬਣਾਉਣਾ ਹੈ, ਅਸੀਂ ਉਹਦੇ ਵਿੱਚ ਤੁਹਾਡੀਆਂ ਚੀਜ਼ਾਂ ਰੱਖਾਂਗੇ, ਡਿਸਪਲੇ ਕਰਾਂਗੇ, ਅਤੇ ਜਿਹੜੀ ਯੰਗਰ ਜਨਰੇਸ਼ਨਸ ਨੇ ਉਹ ਦੇਖ ਕੇ ਇੰਸਪੀਰੇਸ਼ਨ ਡਰਾ ਕਰਨਗੀਆਂ ਵੀ ਜੇ ਇੱਕ ਆਰਡੀਨਰੀ ਵਿਲੇਜ ਤੋਂ ਉੱਠ ਕੇ ਬੰਦਾ ਇਸ ਪੱਧਰ 'ਤੇ ਪਹੁੰਚ ਸਕਦਾ ਹੈ ਵਰਲਡ ਹਾਕੀ, ਤੇ ਅਸੀਂ ਵੀ ਕਰ ਸਕਦੇ ਹਾਂ। ਪਰ ਉਹ ਚੀਜ਼ ਕੀ ਉਸ ਤੋਂ ਬਾਅਦ ਐਗਜ਼ੀਬਿਸ਼ਨ ਦੇ ਵਿੱਚ ਜਾਂ ਮਿਊਜ਼ੀਅਮ ਦੇ ਵਿੱਚ ਕਦੇ ਡਿਸਪਲੇ ਕੀਤੀ ਗਈ ਸੀ ਕਿ ਨਹੀਂ? ਪਤਾ ਨਹੀਂ, ਕਿਉਂਕਿ ਮੇਰੇ ਫਾਦਰ ਦੀ ਕੁਝ ਸ਼ਖਸੀਅਤ ਐਸੀ ਸੀ
ਕਿ ਹਰ ਕਿਸੇ ਤੇ ਇਤਬਾਰ ਕਰਨਾ। ਆਪ ਸੱਚੇ ਸੁੱਚੇ ਸੀ, ਉਹ ਸੋਚਦੇ ਸੀ ਸਾਰੀ ਦੁਨੀਆ ਹੀ ਸੱਚੀ ਹੈ। ਉਹਨਾਂ ਨੂੰ ਦੇ ਦਿੱਤਾ, ਮੁੜ ਕੇ ਪੁੱਛਿਆ ਨਹੀਂ ਕਿ ਮੇਰੀਆਂ ਚੀਜ਼ਾਂ ਕਿੱਥੇ ਰੱਖੀਆਂ। ਆ ਤਾਂ ਸਾਨੂੰ ਪਤਾ ਲੱਗਿਆ 2012 ਲੰਡਨ ਓਲੰਪਿਕਸ ਵਿੱਚ, ਜਦੋਂ ਉਹਨਾਂ ਨੂੰ ਆਈਕੋਨਿਕ ਓਲੰਪੀਅਨ ਚੁਣਿਆ ਗਿਆ। ਜੀ। ਉਹਨਾਂ ਨੇ ਕਿਹਾ ਕਿ ਜਿੰਨੇ ਦਿਨ ਓਲੰਪਿਕਸ ਚੱਲਣਾ ਹੈ ਉਨੇ ਦਿਨ ਅਸੀਂ ਉੱਥੇ ਇੱਕ ਵੱਡੀ ਸਾਰੀ ਵਿੰਡੋ ਬਣਾਵਾਂਗੇ ਓਪਰਾ ਹਾਊਸ ਵਿੱਚ। ਹਾਂ। ਸਾਰੇ 16 ਆਈਕੋਨਿਕ ਓਲੰਪੀਅਨਸ ਲਈ ਇੱਕ ਇੱਕ ਵਿੰਡੋ, ਉਹਦੇ ਵਿੱਚ ਤੁਹਾਡੀਆਂ ਚੀਜ਼ਾਂ ਰੱਖਾਂਗੇ, ਮੈਡਲਸ ਤੇ ਆਪਣਾ ਬਲੇਜ਼ਰ ਸਾਨੂੰ ਦੇ ਦਿਓ ਜੀ, ਤੇ ਉਹ 2 ਹਫ਼ਤੇ ਬਾਅਦ ਤੁਹਾਨੂੰ ਮੋੜ ਦੇਵਾਂਗੇ, ਲੋਨ ਤੇ ਦੇ ਦਿਓ। ਹਾਂ, ਠੀਕ ਹੈ। ਉਦੋਂ ਡੈਡ ਨੇ ਅਜੇ ਮਾਖਨ ਸਾਹਿਬ ਨੂੰ, ਇੱਥੇ ਸਪੋਰਟਸ ਮਿਨਿਸਟਰ ਉਦੋਂ ਹੁੰਦੇ ਸੀ, ਕਿ ਰਿਕੁਐਸਟ ਕੀਤਾ ਕਿ ਮੇਰੀਆਂ ਚੀਜ਼ਾਂ ਸਾਈ ਕੋਲ ਨੇ, ਸਪੋਰਟਸ ਅਥਾਰਟੀ ਆਫ ਇੰਡੀਆ ਵਾਲਿਆਂ ਕੋਲ, ਤੇ ਉਹਨਾਂ ਨੇ ਮੰਗੀਆਂ ਸੀ, ਮੈਂ ਦਿੱਤੀਆਂ ਸੀ, ਉਹਨਾਂ ਦੇ ਮਿਊਜ਼ੀਅਮ ਵਿੱਚ ਹੋਣੀਆਂ, ਤੇ ਮੈਨੂੰ ਤੁਸੀਂ ਬਲੇਜ਼ਰ ਮੇਰਾ ਦੇ ਦਿਓ ਤੇ ਮੈਂ ਉੱਥੇ ਉਹਨਾਂ ਨੂੰ ਲੰਡਨ ਵਾਲਿਆਂ ਨੂੰ ਦੇ ਦੇਣਾ। ਸਾਨੂੰ ਉਦੋਂ ਪਤਾ ਲੱਗਾ ਕਿ ਸਾਈ ਕਹਿੰਦੇ ਆ ਸਾਡੇ ਕੋਲ ਤੇ ਬਲਬੀਰ ਸਿੰਘ ਦਾ ਕੁਝ ਵੀ ਨਹੀਂ ਹੈਗਾ। ਇਹ ਸਪੋਰਟਸ ਮਿਨਿਸਟਰ ਦੀ ਕਹਿਣਾ ਸੀ, ਉਹਨਾਂ ਦਾ ਜਵਾਬ ਸੀ। ਹਾਂਜੀ, ਕਿ ਸਾਡੇ ਕੋਲ ਕੁਝ ਵੀ, ਸਾਈ ਵਾਲਿਆਂ ਨੇ ਮਿਨਿਸਟਰ ਨੂੰ ਕਿਹਾ ਕਿ ਸਾਡੇ ਕੋਲ ਕੁਝ ਵੀ ਨਹੀਂ ਹੈਗਾ, ਮਤਲਬ ਨਾ ਪਿਕਚਰਸ ਹੈ, ਨਾ ਉਹਨਾਂ ਦਾ ਬਲੇਜ਼ਰ ਹੈ, ਮੈਡਲ ਵੀ ਸਾਰੇ ਦੇ ਸਾਰੇ ਕੁਝ ਨਹੀਂ ਹੈਗਾ। ਕਿੰਨਾ ਵੱਡਾ ਸ਼ੌਕ ਉਦੋਂ ਮੇਰੇ ਫਾਦਰ ਨੂੰ ਲੱਗਾ ਹੋਣਾ ਕਿ ਮੇਰੀ ਸਾਰੀ ਜ਼ਿੰਦਗੀ ਦੀ ਕਮਾਈ, ਕਿ ਹਰ ਮੈਡਲ ਦੇ ਨਾਲ ਕਹਾਣੀਆਂ ਜੁੜੀਆਂ ਹੋਈਆਂ ਨੇ। ਬਹੁਤ ਯਾਦਾਂ ਹੁੰਦੀਆਂ ਨੇ, ਬਹੁਤ ਜ਼ਿਆਦਾ ਯਾਦਾਂ, ਬਹੁਤ ਜ਼ਿਆਦਾ। ਈਵਨ ਜਿਹੜਾ ਪਹਿਲਾ ਮੈਡਲ ਨੈਸ਼ਨਲ ਦਾ ਸੀ, ਉਦੋਂ ਮੇਰੇ ਮਦਰ ਤੇ ਫਾਦਰ ਦਾ ਵਿਆਹ ਨਹੀਂ ਸੀ ਹੋਇਆ, ਉਹ ਫਰਸਟ ਮੈਡਲ ਉਹਨਾਂ ਨੇ ਐਜ਼ ਅ ਗਿਫਟ ਦਿੱਤਾ ਸੀ ਮੇਰੀ ਮਦਰ ਨੂੰ। ਅੱਛਾ। ਸੋ ਉਹ ਵੀ ਮੈਡਲ ਸੀ ਵਿੱਚ। ਸੋ ਕਿੰਨੀਆਂ, ਮਤਲਬ ਹਰ ਚੀਜ਼ ਦੀਆਂ ਯਾਦਾਂ ਹੁੰਦੀਆਂ। ਇਹ ਚੀਜ਼ ਤੁਹਾਨੂੰ ਕਦੋਂ ਉਹਨਾਂ ਨੇ ਦੱਸੀ, ਫਿਰ ਤੁਹਾਨੂੰ ਜਦ ਫੈਮਿਲੀ ਨੂੰ ਕਦੋਂ ਪਤਾ ਲੱਗਿਆ? ਕਿਉਂਕਿ ਬਲਬੀਰ ਸਿੰਘ ਨੂੰ ਚਲੋ ਉਦੋਂ ਪਤਾ ਲੱਗਿਆ, ਉਦੋਂ ਹੀ 2012 'ਚ ਪਤਾ ਲੱਗਾ ਸਾਨੂੰ ਵੀ ਚੀਜ਼ਾਂ ਗਾਇਬ ਹੋ ਗਈਆਂ, ਹੈ ਹੀ ਨਹੀਂ। ਅੱਛਾ, ਉਹਨਾਂ ਨੇ ਤਾਂ ਤੁਹਾਡੇ ਨਾਲ ਆ ਕੇ ਸਾਂਝੀ ਕੀਤੀ ਗੱਲ? ਸਾਡੇ ਨਾਲ ਗੱਲ, ਇਹਨੂੰ ਬੇਟੇ ਨੂੰ, ਮੇਰੇ ਬੇਟੇ ਨੂੰ ਕਿਹਾ ਸੀ, ਅੱਛਾ, ਬਈ ਤੂੰ ਐਂ ਕਰ, ਬਈ ਤੂੰ ਚੀਜ਼ਾਂ ਉੱਥੋਂ ਲੈ ਕੇ, ਬਲੇਜ਼ਰ ਮੇਰਾ ਤੇ ਆ ਲੈ ਕੇ ਆ ਜਾ, ਠੀਕ ਹੈ, ਤੇ ਇੱਥੇ ਇਹ ਹੋ ਜਾਊਗਾ। ਕਿਉਂਕਿ ਡੈਡ ਉਦੋਂ ਗਏ ਹੋਏ ਸੀ ਕੈਨੇਡਾ ਆਪਣੇ ਬੇਟਿਆਂ ਨੂੰ ਮਿਲਣ ਲਈ, ਉੱਥੋਂ ਸਿੱਧਾ ਆਏ ਸੀ ਲੰਡਨ, ਤੇ ਇਹ ਗਿਆ ਸੀ ਇੱਥੋਂ, ਤੇ ਉਦੋਂ ਸਾਨੂੰ ਪਤਾ ਲੱਗਾ। ਤੇ ਫਿਰ ਡੈਡ ਕਹਿੰਦੇ ਕਿ ਠੀਕ ਹੈ। ਹੁਣ ਉਸ ਦੇ ਵਿੱਚ ਇੱਕ ਵੱਡੀ ਗੱਲ ਇਹ ਹੈਗੀ ਹੈ ਕਿ ਜਿਹੜੇ ਮੈਡਲਸ ਤੇ ਹੈਗੇ, 3 ਗੋਲਡ ਮੈਡਲਸ ਹੈਗੇ ਸੀ ਓਲੰਪਿਕਸ ਦੇ ਸਾਡੇ ਕੋਲੇ, ਉਹ ਤੁਹਾਡੇ ਕੋਲੇ ਸੀ। ਉਹ ਇਸ ਕਰਕੇ ਬਚ ਗਏ ਕਿਉਂਕਿ 1962 ਵਿੱਚ ਜਦੋਂ ਚਾਈਨੀਜ਼ ਵਾਰ ਹੋਈ ਸੀ ਜੀ, ਉਦੋਂ ਪ੍ਰਾਈਮ ਮਿਨਿਸਟਰ ਵਾਰ ਫੰਡ ਬਣਿਆ ਸੀ, ਤੇ ਉਹਨਾਂ ਨੇ ਕਿਹਾ ਸੀ ਆਪਣਾ ਕੁਝ ਜੋ ਵੀ ਹੈਲਪ ਕਰਨ ਲਈ, ਫੌਜੀਆਂ ਨੂੰ ਆਪਣੀ ਫਾਈਟ ਕਰਨ ਲਈ, ਚਾਈਨੀਜ਼ ਲਈ ਸਾਨੂੰ ਪੈਸੇ ਚਾਹੀਦੇ ਨੇ, ਤੇ ਲੋਕ ਕੋਈ ਆਪਣੀ ਜੁਐਲਰੀ ਦਿੰਦਾ, ਕੋਈ ਪੈਸੇ ਦਿੰਦਾ। ਉਦੋਂ ਮੇਰੇ ਫਾਦਰ ਨੇ ਆਪਣੇ 3 ਗੋਲਡ ਮੈਡਲ ਲੈ ਕੇ CM ਪੰਜਾਬ ਸੀ ਪ੍ਰਤਾਪ ਸਿੰਘ ਕੈਰੋਂ, ਉਹਨਾਂ ਕੋਲ ਚਲੇ ਗਏ ਸੀ, ਤੇ ਕਹਿੰਦੇ ਵੀ ਮੈਂ ਸਾਰੇ ਕੁਛ ਦਿੰਦੇ ਪਏ ਨੇ ਕੰਟਰੀ ਲਈ, ਮੇਰੇ ਕੋਲ ਤੇ ਮੈਂ ਵੀ ਕੁਛ ਦੇਣਾ ਹੈ। ਕਹਿੰਦੇ ਕੀ ਦੇਣਾ ਹੈ? ਆਪਣੇ ਮੈਡਲ ਲੈ ਲਓ, ਇਹਨਾਂ ਨੂੰ ਜੋ ਕੁਛ ਕਰਨਾ ਕਰ ਲਓ, ਆਕਸ਼ਨ ਕਰ ਲਓ, ਕੁਛ ਕਰ ਲਓ ਕੰਟਰੀ ਲਈ। ਵੇਚਣ ਨੂੰ ਹੀ ਦੇਤੇ ਮੈਡਲ, ਬਈ ਤੁਸੀਂ ਇਹਨੂੰ ਜੋ ਮਰਜ਼ੀ ਕਰ ਲਓ, ਵੀ ਇਹ ਤੁਹਾਡੇ ਨੇ। ਹਾਂ, ਤੁਸੀਂ ਇਹਨਾਂ ਨੂੰ ਆਕਸ਼ਨ ਕਰ ਦਿਓ। ਉਹ ਕਹਿੰਦੇ ਬਈ ਬਲਬੀਰ, ਤੇਰਾ ਦਿਮਾਗ ਤੇ ਨਹੀਂ ਘੁੰਮ ਗਿਆ ਹੈ? ਬਈ ਤੂੰ 3 ਗੋਲਡ ਮੈਡਲ ਕੰਟਰੀ ਲਈ ਦੇ ਰਿਹਾ, ਉਹ ਵੀ ਏਡੇ ਵੱਡੇ, ਤੂੰ ਪੈਸੇ ਪੂਸੇ ਕੁਛ ਥੋੜੇ ਬਹੁਤ ਦੇ ਦੇ। ਕਹਿੰਦੇ ਜੀ ਪੈਸੇ ਤਾਂ ਹੁੰਦੇ ਹੀ ਨਹੀਂ, ਤਨਖਾਹ ਹੀ ਹੈਗੀ ਹੈ, ਸੇਵਿੰਗ ਕੁਛ ਨਹੀਂ ਹੈਗੀ, 4-4 ਬੱਚੇ ਪਾਲਣੇ ਆ, ਤਨਖਾਹ ਤਾਂ ਪਹਿਲਾਂ ਹੀ ਮੁੱਕ ਜਾਂਦੀ ਹੈ। ਸੋ ਮੈਡਲ ਹੀ ਆ ਤੁਸੀਂ ਲੈ ਲਓ ਕੰਟਰੀ ਲਈ। ਤਾਂ ਜ਼ਬਰਦਸਤੀ ਦੇ ਕੇ ਆ ਗਏ ਸੀ। ਫਿਰ ਉਹਨਾਂ ਨੇ ਪ੍ਰਤਾਪ ਸਿੰਘ ਖੈਰੋਂ ਨੇ 1-2 ਮਹੀਨੇ ਬਾਅਦ ਵਾਪਸ ਬੁਲਾ ਕੇ ਉਹ ਮੋੜੇ ਡੈਡ ਨੂੰ, ਨਾਲੇ ਚੰਗੀ ਤਰ੍ਹਾਂ ਸਮਝਾਇਆ ਵੀ ਇਹ ਮੈਡਲ ਦੇਣ ਵਾਲੇ ਨਹੀਂ ਹੁੰਦੇ, ਇਹ ਸਾਂਭ ਕੇ ਰੱਖਣੇ। ਬਹੁਤ ਸ਼ਾਇਦ ਇਸੇ ਕਰਕੇ ਬਚ ਗਏ, ਤਾਂ ਹੀ ਬਚ ਗਏ। ਜੇ ਦਿੱਤੇ ਹੁੰਦੇ, ਜਿੰਨਾ ਕਿ ਮੈਂ ਆਪਣੇ ਫਾਦਰ ਨੂੰ ਜਾਣਦੀ ਹਾਂ, ਉਹਨਾਂ ਨੇ ਉਹ ਵੀ ਦੇ ਦੇਣੇ ਸੀ, ਫਿਰ ਕੁਛ ਨਹੀਂ ਸੀ ਬਚਣ। ਬਹੁਤ ਲੰਬਾ ਸਮਾਂ ਹੋ ਗਿਆ ਮੈਮ, 2012 ਦੀ ਗੱਲ ਹੈ, ਹੁਣ 2021 ਚੱਲ ਰਿਹਾ, 9 ਸਾਲ ਹੋ ਗਏ, 10 ਸਾਲ ਹੋਣ ਵਾਲੇ ਨੇ, ਬਹੁਤ ਲੰਬਾ ਸਮਾਂ ਹੋ ਗਿਆ। ਤੇ ਹੁਣ ਇਹਦੇ ਵਿੱਚ ਦੇਖਿਆ ਜਾਵੇ ਤਾਂ ਇਸ 9 ਸਾਲਾਂ ਦੇ ਵਿੱਚ ਇਹ ਕਹਾਣੀ ਕਿੱਥੇ ਖੜੀ ਹੈ? ਅਫਸੋਸ ਦੀ ਗੱਲ ਤਾਂ ਇਹੀ ਹੈ
ਬਈ ਤੁਸੀਂ ਦੱਸੋ ਆਪਣੀ ਕੰਟਰੀ ਵਿੱਚ ਮੈਨੂੰ ਲੱਗਦਾ ਹੈ ਵੀ ਜੇ ਤੁਹਾਡੇ ਕੋਈ ਕੰਟੈਕਟਸ ਨਹੀਂ ਹੈਗੇ ਵੱਡੀਆਂ ਵੱਡੀਆਂ ਪੋਲੀਟੀਕਲ ਹਸਤੀਆਂ ਨਾਲ, ਜਾਂ ਤੁਸੀਂ ਬਹੁਤ ਅਮੀਰ ਨਹੀਂ ਹੈਗੇ, ਫਿਰ ਆਰਡੀਨਰੀ ਹਿਊਮਨ ਬੀਇੰਗਸ, ਆਰਡੀਨਰੀ ਰੈਜ਼ੀਡੈਂਟਸ ਜੋ ਕੁਝ ਕਰ ਸਕਦੇ ਨੇ ਆਪਾਂ ਉਹ ਤਾਂ ਕਰੀ ਜਾਂਦੇ ਹਾਂ। ਮਤਲਬ ਜੋ ਤਰੀਕੇ ਨਾਲ ਚੱਲੀਦਾ, RTI ਕਰ ਲਏ, ਐਪੀਲੇਟਸ ਕਰ ਲਏ, ਉੱਥੇ ਭੇਜ ਦਿੱਤਾ, ਸਾਈ ਨੂੰ ਲਿਖ ਕੇ ਭੇਜ ਦਿੱਤੀ, NIS ਨੂੰ ਭੇਜ ਦਿੱਤੀ, ਰਿਪਲਾਈ ਆ ਗਈ, ਫਿਰ ਵਾਪਸ ਕਰਤੀ। ਮਤਲਬ ਕਾਫੀ ਲੰਬਾ ਸਫ਼ਰ ਸਾਡਾ ਰਿਹਾ। ਬਟ ਉਹਨੂੰ ਕਹਾਣੀ ਨੂੰ ਛੋਟਾ ਕਰਦੇ ਹੋਏ ਮੈਂ ਇਹੀ ਕਹੂੰਗੀ ਬਈ ਉਹ ਹੁਣ ਬੜੀ ਮੁਸ਼ਕਿਲ ਨਾਲ ਪਹਿਲਾਂ ਇਹ ਮੰਨੇ ਕਿ ਬਈ ਅਸੀਂ ਕੁਛ ਲਿਆ ਸੀ ਡੈਡ ਕੋਲ। ਪਹਿਲਾਂ ਤਾਂ ਮੁੱਕਰ ਹੀ ਗਏ ਸੀ, ਸਾਫ਼ ਮੁੱਕਰ ਗਏ ਸੀ ਵੀ ਅਸੀਂ ਕੁਛ, ਸਾਡੀ ਪਲਾਨ ਹੀ ਨਹੀਂ ਸੀ ਮਿਊਜ਼ੀਅਮ ਬਣਾਉਣ ਦੀ, ਤੇ ਨਾ ਹੀ ਅਸੀਂ ਕੁਛ ਲਿਆ। ਪਰ ਮੇਰੇ ਕੋਲ ਪ੍ਰੂਫ ਹੈਗਾ, ਤੁਸੀਂ ਦਿਖਾਇਆ ਉਹਨਾਂ ਨੂੰ? ਪਿਕਚਰ ਹੈਗੀ ਜਿਹਦੇ ਵਿੱਚ ਉਹ ਟਰੇ ਵਿੱਚ ਪਾ ਕੇ ਸਾਰੇ ਦੇ ਸਾਰੇ ਮੈਡਲ ਪਕੜਾ ਰਹੇ ਨੇ। ਉਹ ਫੋਟੋ ਅਖਬਾਰ 'ਚ ਫੋਟੋ ਨਿਕਲੀ ਹੋਈ ਹੈ, ਪੋਸਟ ਪਈ ਹੋਈ ਹੈ, ਬੰਦੇ ਦਾ ਨਾਂ ਲਿਖਿਆ ਹੋਇਆ ਕਿ ਸਾਈ ਸੈਕਟਰੀ ਨੂੰ ਕਿਸ ਨੂੰ ਹੈਂਡਓਵਰ ਕਰ ਰਹੇ ਨੇ। ਮਿਸਟਰ ਤਲਵਾਰ ਹੁੰਦੇ ਸੀ, ਉਹਨਾਂ ਨੂੰ ਹੈਂਡਓਵਰ ਕਰ ਰਹੇ ਨੇ। ਠੀਕ ਹੈ। ਤੇ ਫਿਰ ਉਸ ਤੋਂ ਅੱਗੇ ਮੁਕਰ ਨਹੀਂ ਸੀ ਸਕਦੇ। ਠੀਕ ਹੈ। ਫਿਰ ਅਲਟੀਮੇਟਲੀ ਸਾਈ ਵਾਲਿਆਂ ਨੇ ਸਿਰਫ ਇੰਨਾ ਹੀ ਮੰਨਿਆ, ਕਹਿੰਦੇ ਅਸੀਂ ਜੀ ਸਿਰਫ ਬਲੇਜ਼ਰ ਸਾਡੇ ਕੋਲ ਹੈਗਾ ਸੀ, ਉਹ ਅਸੀਂ NIS ਨੂੰ ਭੇਜ ਦਿੱਤਾ ਸੀ ਬਾਕੀ ਚੀਜ਼ਾਂ ਦੇ ਨਾਲ। ਮੈਡਲਸ ਬਾਰੇ ਨਹੀਂ ਜ਼ਿਕਰ ਕੀਤਾ। 1998 ਵਿੱਚ ਅਸੀਂ ਕੁਝ ਚੀਜ਼ਾਂ NIS ਪਟਿਆਲੇ ਭੇਜੀਆਂ ਸੀ। ਉਹਨਾਂ ਵਿੱਚ ਸਾਈ ਵਾਲਿਆਂ ਦਾ ਕਹਿਣਾ ਸੀ ਇੱਕ ਚੀਜ਼, ਹਾਂਜੀ ਇੱਕ ਚੀਜ਼ ਅਸੀਂ ਬਲੇਜ਼ਰ ਭੇਜਿਆ ਸੀ। ਹੁਣ ਬਲੇਜ਼ਰ ਚੈੱਕ ਕੀਤਾ, NIS ਵਾਲਿਆਂ ਕੋਲ ਹੈ ਨਹੀਂ ਗਾ, ਇਹਨਾਂ ਕੋਲ ਵੀ ਨਹੀਂ ਹੈਗਾ, ਗਿਆ ਕਿੱਥੇ? ਜੇ ਬਲੇਜ਼ਰ ਹੈਗਾ ਸੀ ਤੇ ਬਾਕੀ ਜਿਨ੍ਹਾਂ ਦੀ ਫੋਟੋ ਹੈਗੀ ਹੈ ਸਾਡੇ ਕੋਲ ਮੈਡਲ, ਉਹ ਕਿੱਥੇ ਨੇ? ਉਹ ਕਿੱਥੇ ਗਾਇਬ? ਕਿੱਥੇ ਫੋਟੋਜ਼ ਕਿੱਥੇ ਗਈਆਂ? ਨਾ ਉੱਥੇ ਤੇ ਨਾ ਉੱਥੇ। ਪਹਿਲਾਂ ਤਾਂ ਤੁਸੀਂ ਮੰਨਦੇ ਹੀ ਨਹੀਂ ਹੋ ਕਿ ਅਸੀਂ ਸਿਰਫ ਬਲੇਜ਼ਰ ਲਿਆ। ਹੁਣ ਜੇ ਮੰਨ ਗਈ, ਹੁਣ ਇੰਨਾ ਮੰਨੇ ਨੇ ਪਰ ਉਹ ਕਿਤੇ ਨਹੀਂ ਹੈਗਾ। ਹੁਣ ਆਪਾਂ ਸਪੋਰਟਸ ਮਿਨਿਸਟਰਸ ਨੂੰ ਵੀ ਮਿਲ ਚੁੱਕੇ ਹਾਂ। ਇੱਕ ਰਠੌਰ ਸਾਹਿਬ ਆਏ ਸੀ, ਉਹ ਤਾਂ ਆਪ ਹੀ ਸਪੋਰਟਸ ਪਰਸਨ ਸੀ ਤੇ ਉਹਨਾਂ ਨੂੰ ਜ਼ਿਆਦਾ ਫੀਲ ਹੁੰਦਾ ਸੀ। ਉਹਨਾਂ ਨੇ ਕਹਿ ਕੇ ਬਈ ਅੱਛਾ ਅਸੀਂ ਕਰਵਾਉਂਦੇ ਹਾਂ। ਤੇ ਫਿਰ ਉਹਨਾਂ ਨੇ NIS ਵਾਲਿਆਂ ਦੇ ਉੱਪਰ ਅਸੀਂ ਜੀ RTI ਕਰ ਦਿੰਦੇ ਹਾਂ। RTI ਕੀਤਾ ਹੀ ਨਹੀਂ ਗਿਆ। ਉਹ ਮਿਸਿੰਗ ਆਰਟੀਕਲਸ, FIR ਨਾਟ ਆਰਟੀਕਲ, FIR ਕੀਤਾ ਹੀ ਨਹੀਂ ਸੀ, ਮਿਸਿੰਗ ਆਰਟੀਕਲ ਰਿਪੋਰਟ ਕਰ ਦਿੱਤੀ, which doesn't authorize the police to investigate। ਫਿਰ ਹੋਰ ਲੰਬੀ ਸਟੋਰੀ ਅੱਗੇ ਚੱਲੀ, ਇੰਨੇ ਸਾਲ ਬੀਤ ਗਏ। ਅਲਟੀਮੇਟਲੀ NIS ਪਟਿਆਲਾ ਵਾਲਿਆਂ ਨੇ ਇੱਕ FIR ਕੀਤਾ ਦਰਜ ਪਟਿਆਲਾ ਵਿੱਚ ਹੀ ਅਗੇਂਸਟ ਦ ਪੀਪਲ ਅਨਨੋਨ। ਹੁਣ ਉਹਦੇ ਉੱਪਰ ਸਟੋਰੀ ਚੱਲ ਰਹੀ ਸੀ। ਫਿਰ ਵਿੱਚ ਕੋਵਿਡ ਆ ਗਿਆ। ਮਤਲਬ ਕੋਵਿਡ ਕਰਕੇ 1.5 ਸਾਲ 2 ਸਾਲ ਐਵਰੀਥਿੰਗ ਸਟਾਪਡ, ਕੰਮ ਰੁਕ ਗਿਆ। ਤੇ ਹੁਣ ਕੋਈ ਇਸ ਦੇ ਵਿੱਚ ਕੋਈ ਲੇਟੈਸਟ ਅਪਡੇਟ ਆਈ ਹੈ? ਹੁਣ ਲੇਟੈਸਟ ਇਹ ਹੈਗਾ ਕਿ ਪ੍ਰੈਜ਼ੈਂਟਲੀ ਦੇ ਆਰ ਅਗੇਨ ਰੀਓਪਨ ਕੇਸ, ਹਾਂਜੀ ਰੀਓਪਨ। ਐਂਡ ਫਿਰ ਉਹਦੇ ਬਾਅਦ ਅੱਗੇ ਦੇਖਦੇ ਹਾਂ ਕੀ ਕਰਨਾ। ਉਹ ਪੁਲਿਸ ਵਾਲੇ ਜ਼ਰਾ ਸੀਰੀਅਸਲੀ ਇਹਨੂੰ ਲੈ ਰਹੇ ਨੇ। ਹੁਣ ਦੇਖਦੇ ਹਾਂ ਅੱਗੇ ਕੀ ਬਣਦਾ। ਪਿੱਛੇ ਬਿਲਕੁਲ ਮੈਮ, ਮੈਂ ਤੁਹਾਡੀ TV ਸਕਰੀਨਸ 'ਤੇ ਵੀ ਦਰਸ਼ਕੋ ਦੇਖ ਰਹੇ ਹੋਗੇ, ਤੁਸੀਂ ਪਦਮ ਸ਼੍ਰੀ ਪਿਆ ਹੋਇਆ, ਤੁਸੀਂ ਲਾਇਆ ਹੋਇਆ। ਇੱਕ ਉਹਨਾਂ ਦੀ ਉਮੀਦ ਸੀ, ਆਸ ਸੀ ਕਿ ਭਾਰਤ ਰਤਨ ਕਿਤੇ ਨਾ ਕਿਤੇ ਉਹਨਾਂ ਨੂੰ ਮਿਲਿਆ ਜਾਵੇ। ਪੰਜਾਬ ਸਰਕਾਰ ਨੇ ਵੀ ਬਹੁਤ ਗੁਹਾਰ ਲਗਾਈ ਸੀ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨਾਲ ਵੀ ਉਹਨਾਂ ਦੇ ਕਾਫੀ ਚੰਗੇ ਰਿਸ਼ਤੇ ਸੀਗੇ। ਪਰ ਉਸ ਦੇ ਬਾਵਜੂਦ ਵੇਖਿਆ ਜਾਵੇ ਵੀ ਕਿਤੇ ਨਾ ਕਿਤੇ ਕਾਫੀ, ਜਿਹੜੀ ਮੈਂ ਕਹਿ ਸਕਦੀ ਹਾਂ ਵੀ ਆਪਾਂ ਕਹਿ ਦਿੰਦੇ ਹਾਂ ਵੀ ਭੇਦਭਾਵ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਮਾਮਲੇ ਦੇ ਵਿੱਚ। ਤੁਸੀਂ ਮੰਨਦੇ ਹੋ? 2 ਵਾਰ ਉਹਨਾਂ ਦਾ ਨਾਮ ਭਾਰਤ ਰਤਨ ਲਈ ਰਿਕਮੈਂਡ ਹੋਇਆ। ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਗਵਰਨਮੈਂਟ ਦੇ ਥਰੂ 2014 ਵਿੱਚ, ਤੇ ਇੱਕ 2019 ਵਿੱਚ ਕਾਂਗਰਸ ਗਵਰਨਮੈਂਟ, ਅਮਰਿੰਦਰ ਗਵਰਨਮੈਂਟ, ਉਹਨਾਂ ਨੇ ਰਿਕਮੈਂਡ ਕੀਤਾ। 2 ਵਾਰੀ ਭਾਰਤ ਰਤਨ ਲਈ ਰਿਕਮੈਂਡ ਹੋਇਆ, ਪਰ maybe based on his achievements and contribution to sports,
ਕਿ ਇੱਕ ਬੰਦੇ ਨੇ ਸਾਰੀ ਉਮਰ ਲਾਈ ਸਪੋਰਟਸ ਨੂੰ ਹੈ। ਪਹਿਲਾਂ ਤੇ ਆਪ ਖੇਡਦੇ ਰਹੇ, ਫਿਰ ਕੋਚਿੰਗ ਕਰਦੇ ਰਹੇ। ਉਹਨਾਂ ਨੇ 8 ਟੀਮਾਂ ਇੰਡੀਆ ਦੀਆਂ ਇੰਟਰਨੈਸ਼ਨਲ ਲੈਵਲ ਤੇ ਤਿਆਰ ਕਰਕੇ, ਸਾਰੀਆਂ ਟੀਮਾਂ ਮੈਡਲ ਲੈ ਕੇ ਆਈਆਂ ਇੰਟਰਨੈਸ਼ਨਲ। ਤੇ ਇਹੋ ਜਿਹਾ ਬੰਦਾ ਹੋਏ, ਕਿਤਾਬਾਂ ਵੀ ਲਿਖ ਦਿੱਤੀਆਂ। ਆ ਕਿਤਾਬ ਵੀ ਤੁਹਾਡੇ ਸਾਹਮਣੇ ਪਈ ਹੈ। ਇਹ ਕਿਤਾਬ ਇਹ ਉਹਨਾਂ ਦੀ ਆਪਦੀ ਲਿਖੀ ਹੋਈ ਹੈ? ਇਹ ਕਿਤਾਬ ਉਹਨਾਂ ਦੀ ਆਪਣੀ ਲਿਖੀ ਹੋਈ ਹੈ। ਇਹ ਕਾਹਦੇ ਤੇ ਹੈ ਮੈਮ? ਔਰ ਇਹ ਹੈਗਾ ਟੈਕਨੀਕਲ ਬੁੱਕ ਹੈ। ਇਹ ਉਹਨਾਂ ਦੇ ਇੰਡੀਵਿਜੂਅਲ ਸਕਿੱਲਸ ਦੇ ਉੱਪਰ ਹੈ, ਜਿਹੜੀ ਉਹਨਾਂ ਨੇ ਆਪ ਦੇਖੀਆਂ, ਹੰਡਾਈਆਂ, ਕੰਪਿਊਟਰ ਤੇ ਟਾਈਪ ਕਰਕੇ ਇਹਦੀ ਤਿਆਰੀ ਕੀਤੀ ਆ। ਦੇਖੋ ਨਾ, ਟੈਸਟਸ ਨੇ ਬਣਾਏ ਹੋਏ। ਇਹ ਟੈਸਟਸ ਨੇ। ਅੱਛਾ, ਸਾਰੀਆਂ ਟੈਕਨੀਕਾਂ ਜਿਹੜੀਆਂ ਦੱਸੀਆਂ ਨੇ। ਵੈਰੀ ਐਡਵਾਂਸਡ ਬੁੱਕ, ਕਿ ਇਹਦੀ ਬੇਸਿਸ ਤੇ ਉਹਨਾਂ ਦਾ ਆਪਣਾ ਨੌਲੇਜ ਐਜ਼ ਅ ਪਲੇਅਰ, ਐਜ਼ ਅ ਕੋਚ, ਐਜ਼ ਅ ਐਡਮਿਨਿਸਟ੍ਰੇਟਰ, ਸਾਰਾ ਵਿੱਚ ਪਾਇਆ ਹੋਇਆ। ਫਿਜ਼ੀਕਲ ਐਂਡ ਮੈਂਟਲ ਟਫਨੈਸ ਆਲਸੋ ਦੇਰ ਇਜ਼ ਅ ਚੈਪਟਰ ਔਨ ਦਿਸ। ਤੇ ਇਹ ਬੜੀ ਵਿਜ਼ਨਰੀ ਬੁੱਕ ਹੈਗੀ ਹੈ। ਇਹ ਬੁੱਕ ਉਹਨਾਂ ਦੀ ਬਣੀ ਹੋਈ। ਇਹ ਵਾਲੀ ਬੁੱਕ ਜਿਹੜੀ ਹੈਗੀ ਹੈ, ਇਹ ਮਨਮੋਹਨ ਸਿੰਘ ਜੀ ਨੇ ਰਿਲੀਜ਼ ਕੀਤੀ ਸੀ ਨੈਟ ਦੀ, ਹੈ ਨਾ। ਤੇ ਮਤਲਬ ਇੰਨਾ ਕੁਛ ਕੰਟਰੀਬਿਊਸ਼ਨ ਤਾਂ ਬਹੁਤ ਜ਼ਿਆਦਾ। ਜੇ ਮੈਨੂੰ ਪੁੱਛੋ, ਇਫ ਯੂ ਗੋ ਬਾਏ ਦਾ ਫੈਕਟਸ, ਉਹਨਾਂ ਦੇ ਮੁਕਾਬਲੇ ਦਾ ਕੋਈ ਖਿਡਾਰੀ ਹੈ ਨਹੀਂ ਗਾ ਇੰਡੀਆ 'ਚ, ਹੈ ਨਾ। ਤੇ ਇਹਨਾਂ ਨੂੰ 1957 ਵਿੱਚ ਫਸਟ ਪਦਮਾ ਸ਼੍ਰੀ ਇਨ ਸਪੋਰਟਸ ਕੈਟੇਗਰੀ ਮਿਲਿਆ ਸੀ। ਉਹਦੇ ਅੱਗੇ ਫੁੱਲ ਸਟਾਪ। ਇੱਕ ਸਵਾਲ ਮੈਮ ਤੁਹਾਨੂੰ ਜ਼ਰੂਰ ਪੁੱਛੂੰਗਾ ਕਿ ਜੇ ਮੰਨ ਲਓ ਸਰਦਾਰ ਬਲਬੀਰ ਸਿੰਘ ਜੀ ਭਾਰਤ ਛੱਡ ਕੇ ਇੰਗਲੈਂਡ ਵਰਗੇ ਦੇਸ਼ ਦੇ ਵਿੱਚ ਜਾਂ ਕਿਸੇ ਹੋਰ ਵੱਡੇ ਮੁਲਕ ਦੇ ਵਿੱਚ ਪੈਦਾ ਹੁੰਦੇ, ਤਾਂ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਆਪਾਂ ਕਹਿ ਸਕਦੇ ਹਿਸਟਰੀ ਜਿਹੜੀ ਪੈਰਾਂ 'ਚ ਰੁਲੀ ਫਿਰਦੀ ਹੈ, ਇਹ ਇੱਦਾਂ ਰੁਲਣੀ ਸੀ? ਹਿਸਟਰੀ ਰੁਲਣੀ ਚਾਹੀਦੀ ਨਹੀਂ ਕਿਸੇ ਵੀ ਕੰਟਰੀ ਦੀ। ਉਹ ਡੈਡ ਦਾ ਹਮੇਸ਼ਾ ਡ੍ਰੀਮ ਹੀ ਇਹ ਸੀ ਬਈ ਜਿਹੜੇ ਰੂਟ ਲੈਵਲਸ ਤੋਂ ਬੱਚਿਆਂ ਨੂੰ ਤਿਆਰ ਕੀਤਾ ਜਾਏ, ਤੇ ਹੋਰ ਬਥੇਰੇ ਬੱਚੇ ਤਿਆਰ ਹੋਣ ਮੈਡਲ ਜਿੱਤਣ ਲਈ, ਓਲੰਪਿਕਸ ਜਿੱਤਣ ਲਈ। ਇਹ ਸੀ। ਤੇ ਈਵਨ ਸਪੋਰਟਸ ਡਿਪਾਰਟਮੈਂਟ ਉਹਨਾਂ ਦਾ ਬਣਿਆ ਹੋਇਆ, ਜਿਹੜਾ ਪੰਜਾਬ ਸਪੋਰਟਸ ਡਿਪਾਰਟਮੈਂਟ ਹੈ। ਤੇ ਉਹਦੇ ਵਿੱਚ ਵੀ ਜਿੰਨੀਆਂ ਉਹਨਾਂ ਦੀਆਂ ਪਾਲਿਸੀਜ਼, ਜਿੰਨੀਆਂ ਉਹਨਾਂ ਦੀਆਂ ਸਕੀਮਾਂ ਨੇ, ਉਹ ਅੱਜ ਵੀ ਚੱਲ ਰਹੀਆਂ ਨੇ। ਉਹਦੇ ਵਿੱਚ ਬੱਚਿਆਂ ਦੀਆਂ ਵੂਮਨ ਐਮਪਾਵਰਮੈਂਟ ਹੋ ਗਈ, ਪੁਆਇੰਟ ਸਿਸਟਮ, ਕੋਟਾ ਸਿਸਟਮ, ਸਾਰੇ ਬਲਬੀਰ ਸਿੰਘ ਜੀ ਦੇ ਜੋਬ ਉਦੋਂ ਦੀ ਤਿਆਰੀ ਕੀਤੀ ਹੋਈ, ਕਿਉਂਕਿ ਉਹਨਾਂ ਨੇ ਇਹ ਸਪੋਰਟਸ ਡਿਪਾਰਟਮੈਂਟ ਸੈੱਟ ਕੀਤਾ ਸੀ ਫਰੋਮ ਅ ਸਕ੍ਰੈਚ। ਕੁਝ ਵੀ ਨਹੀਂ ਹੁੰਦਾ ਸੀ, ਕੁਛ ਵੀ ਨਹੀਂ ਸੀ। ਪ੍ਰਤਾਪ ਸਿੰਘ ਕੈਰੋਂ ਜੀ ਨੇ ਉਹਨਾਂ ਨੂੰ ਬੁਲਾਇਆ ਸੀ ਇਹ ਵਾਲਾ ਸਪੋਰਟਸ ਡਿਪਾਰਟਮੈਂਟ ਸੈੱਟ ਕਰਨ ਲਈ। ਉਹ ਉਸ ਤੋਂ ਪਹਿਲਾਂ ਪੁਲਿਸ 'ਚ ਸੀ, ਪੁਲਿਸ ਵਿੱਚ ਨੌਕਰੀ ਕਰਦੇ ਸੀ, DSP ਸੀ, ਕਨਫਰਮਡ ਫॉर SP's ਰੈਂਕ। ਪਰ ਇਹਨਾਂ ਨੇ ਕਿਹਾ ਅਸੀਂ ਸਪੋਰਟਸ ਡਿਪਾਰਟਮੈਂਟ ਬਣਾਉਣਾ, ਤੁਸੀਂ ਆ ਜਾਓ। ਤੇ ਇੱਥੇ ਆ ਗਏ ਪੰਜਾਬ ਸਪੋਰਟਸ ਡਿਪਾਰਟਮੈਂਟ ਸੈੱਟ ਕਰਨ ਲਈ। ਪੁਲਿਸ ਛੱਡ ਦਿੱਤੀ। ਇੰਨੇ ਸਾਲਾਂ ਦੀ ਸਰਵਿਸ, 1945 ਤੋਂ ਲੈ ਕੇ 61 ਦੀ ਸਰਵਿਸ ਖਤਮ। ਐਂਡ ਹੀ ਸੈਟ ਅਪ, ਐਂਡ ਦੈਨ ਪੰਜਾਬ ਸਪੋਰਟਸ ਡਿਪਾਰਟਮੈਂਟ ਵਿੱਚੋਂ 1982 ਵਿੱਚ ਉਹ ਰਿਟਾਇਰ ਹੋਏ ਸੀ ਐਜ਼ ਦ ਡਾਇਰੈਕਟਰ ਆਫ ਸਪੋਰਟਸ ਪੰਜਾਬ। ਔਰ ਮਤਲਬ ਸਾਰੀ ਉਮਰ ਸਪੋਰਟਸ ਨੂੰ ਲਾਈ, ਹੋਰ ਕੁਝ ਕੰਮ ਹੀ ਨਹੀਂ ਕੀਤਾ। ਪਰ ਮੈਮ ਆਖਰੀ ਸਵਾਲ ਹੋਊਗਾ ਤੁਹਾਨੂੰ। ਤੁਸੀਂ, ਮੈਂ ਕਹਿ ਸਕਦਾ ਕਿਉਂਕਿ ਮੇਰੇ ਕੋਲ ਸਵਾਲ ਬਹੁਤ ਨੇ, ਇੰਟਰਵਿਊ ਬਹੁਤ ਲੰਬੀ ਹੋ ਸਕਦੀ ਹੈ, ਸਵਾਲ ਇੰਨੇ ਨੇ ਜ਼ਿਹਨ ਦੇ ਵਿੱਚ, ਕਿਉਂਕਿ ਜਿੰਨਾ ਜਾਣਦੇ ਜਾਂਦੇ ਆ ਨਾ ਬਲਬੀਰ ਸਿੰਘ ਜੀ ਬਾਰੇ, ਉਹਨੇ ਮਨਾਂ ਦੇ ਵਿੱਚ ਜਿਹੜੇ ਨੇ ਸਵਾਲ ਖੜੇ ਹੁੰਦੇ ਰਹਿੰਦੇ ਨੇ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਉਸ ਹੀਰੋ ਨੂੰ, ਜਿਸ ਨੂੰ ਇੰਗਲੈਂਡ ਤੱਕ ਸਲਾਮ ਕਰਦਾ ਆ, ਇੰਗਲੈਂਡ ਦੇ, ਮੈਂ ਸੁਣਿਆ ਵੀ ਉੱਥੋਂ ਜਿਹੜੇ ਨੇ ਮਿਊਜ਼ੀਅਮਸ ਦੇ ਵਿੱਚ ਵੀ ਜ਼ਿਕਰ ਕੀਤਾ ਹੋਇਆ ਕਾਫੀ ਬਲਬੀਰ ਸਿੰਘ ਜੀ ਉਹਨਾਂ ਦਾ, ਕਾਫੀ ਚੀਜ਼ਾਂ ਦੇ ਬਾਰੇ ਜ਼ਿਕਰ ਕੀਤਾ ਹੋਇਆ ਵੀ ਉਸ ਹੀਰੋ ਨੂੰ ਭਾਰਤ ਸਰਕਾਰ ਜਿਹੜੀ ਹੈ ਉਹ ਕਿਤੇ ਨਾ ਕਿਤੇ ਉਹਦੀ ਹਿਸਟਰੀ ਨੂੰ ਖ਼ਤਮ ਕਰਨ ਦੇ ਵਿੱਚ ਲੱਗੀ ਹੋਈ ਹੈ। ਤੁਹਾਨੂੰ ਸੰਤੁਸ਼ਟੀ ਹੈ? ਤੁਸੀਂ ਜਿਹੜੀ ਕਾਰਵਾਈ ਪ੍ਰਣਾਲੀ ਚੱਲ ਰਹੀ ਹੈ, ਜੋ ਵੀ ਇਹਨਾਂ ਦੀ ਇੰਸਪੈਕਸ਼ਨ ਚੱਲ ਰਹੀ ਹੈ, ਜੋ ਵੀ ਪ੍ਰੋਸੈਸਿੰਗ ਚੱਲ ਰਹੀ ਹੈ, ਤੁਸੀਂ ਇਸ ਤੋਂ ਖੁਸ਼ ਹੋ? ਹੁਣ ਅੱਗੇ ਦੇਖਦੇ ਹਾਂ ਕੀ ਹੁੰਦਾ, ਕਿਉਂਕਿ ਮੈਂ ਤੇ ਮੇਰਾ ਪ੍ਰੋਮਿਸ ਹੀ ਹੈਗਾ ਇਹ ਕਿ ਕਿਤੇ ਨਾ ਕਿਤੇ ਬਈ ਜਦੋਂ ਤੱਕ ਮੈਂ ਜ਼ਿੰਦਾ ਹੈਗੀ ਹੈ, ਮੈਂ ਤੇ ਇਸ ਲੜਾਈ ਨੂੰ ਲੜਨਾ ਹੀ ਲੜਨਾ ਹੈ। ਇਹ ਜੇ ਮੈਨੂੰ ਇਹ ਪਤਾ ਲੱਗਦਾ ਹੈ ਕਿ ਮੇਰੇ ਡੈਡ ਦੀਆਂ ਇੰਨਾ ਪ੍ਰੈਸ਼ੀਅਸ ਜਿਹੜਾ ਮੈਮੋਰੇਬਿਲੀਆ ਸੀ ਉਹ ਕਿੱਥੇ ਗਿਆ, ਕਿਉਂ ਗਿਆ? ਕਿਉਂਕਿ ਜਦੋਂ ਇੱਕੋ ਹੀ ਖਿਲਾੜੀ ਦੀਆਂ ਸਾਰੀਆਂ ਚੀਜ਼ਾਂ ਗਾਇਬ ਹੋ ਜਾਂਦੀਆਂ,
ਸਵਾਲ ਇਹ ਬੜਾ ਸਵਾਲ ਬਣਦਾ ਹੈ, ਇਹ ਬੜਾ ਸੀਰੀਅਸ ਸਵਾਲ ਬਣਦਾ ਹੈ ਕਿ ਕਿਉਂ, ਕਿਉਂਕਿ ਲਾਈਕ ਇਹਦਾ ਕੀ ਆਨਸਰ ਦਿੱਤਾ ਜਾਏ ਕਿ ਇੰਨੀ ਕਿੰਨੀ ਵੱਡੀ ਦੁੱਖ ਦੀ ਗੱਲ ਹੈ ਕਿ ਜੇ ਉਹਨਾਂ ਕੋਲ ਸਾਰੀਆਂ ਚੀਜ਼ਾਂ ਹੁੰਦੀਆਂ, ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਹੈ, ਆਪਣੀਆਂ ਪੁਰਾਣੀਆਂ ਯਾਦਾਂ ਕੱਢ ਕੇ ਦੇਖਦਾ ਹੈ, ਖੁਸ਼ ਹੁੰਦਾ ਹੈ, ਗੱਲਾਂ ਸੁਣਾਉਂਦੇ ਸਾਨੂੰ, ਤੇ ਉਹ ਬਲੈਂਕ ਹੀ ਹੋ ਗਿਆ ਬਿਲਕੁਲ। ਹੁਣ ਸਾਨੂੰ ਨਹੀਂ ਪਤਾ ਕਿ ਉਹ ਚੀਜ਼ਾਂ ਕਿਤੇ ਦੱਬ ਦਿੱਤੀਆਂ ਗਈਆਂ ਜਾਂ ਕਿਤੇ ਬਾਹਰ ਕੰਟਰੀ ਤੋਂ ਬਾਹਰ ਵੇਚ ਦਿੱਤੀਆਂ ਗਈਆਂ, ਕਿਉਂਕਿ ਇਹ ਚੀਜ਼ਾਂ ਬੜੀਆਂ ਕੀਮਤੀ ਹੁੰਦੀਆਂ, ਆਕਸ਼ਨ ਵਿੱਚ ਬਹੁਤ ਪੈਸਿਆਂ ਦੀ ਮਿਲਦੀ, ਪਰ ਪੈਸਿਆਂ ਦਾ ਕੋਈ ਕੀਮਤ ਹੀ ਨਹੀਂ ਸੀ, ਦੇ ਵਰ ਪ੍ਰਾਈਸਲੈਸ। ਉਹ ਸਿਰਫ ਫੈਮਿਲੀ ਦੀ ਹੈਰੀਟੈਂਸ ਨਹੀਂ ਸੀ, ਉਹ ਸਾਰੀ ਕੰਟਰੀ ਦੀ ਹੈਰੀਟੇਜ ਸੀ ਕੰਟਰੀ ਦੀ, ਕਿ ਇੱਕ ਬੰਦੇ ਨੇ ਜਿਹਨੇ ਸਾਰੇ ਵਰਲਡ ਦੇ ਪੱਧਰ 'ਤੇ ਜਿਹੜਾ ਉਹਨਾਂ ਦੇ ਨਾਂ 'ਤੇ ਡਿਊਰਿੰਗ ਹਿਸ ਕਰੀਅਰ ਹੀ ਕ੍ਰੀਏਟਿਡ ਵਰਲਡ ਰੈਕਰਡਸ ਇਨ ਓਲੰਪਿਕ ਫਾਈਨਲਸ 1952 ਵਿੱਚ। ਉਹ ਪੂਰੀ ਹਿਸਟਰੀ ਦਾ ਰਿਕਾਰਡ ਹੈ 1896 ਤੋਂ ਲੈ ਕੇ ਅੱਜ ਤੱਕ ਦਾ, ਔਰ ਕੋਈ ਕਿਸੇ ਨੇ ਬਰਾਬਰੀ ਨਹੀਂ ਕੀਤੀ, ਕੋਈ ਉਹਨੂੰ ਤੋੜ ਨਹੀਂ ਸਕਿਆ। ਉਹਨਾਂ ਦਾ ਨਾਂ ਹੈਗਾ ਗਿਨਸ ਬੁੱਕ ਆਫ ਵਰਲਡ ਰੈਕਰਡ ਵਿੱਚ। ਉਸ ਬੰਦੇ ਨਾਲ ਇਹ ਧੱਕਾ। ਸੋ ਮੈਨੂੰ ਇਹ ਲੱਗਦਾ ਵੀ ਇਹ ਆਪਾਂ ਛੋਟੇ ਬੱਚਿਆਂ ਨੂੰ ਕੀ ਇੰਸਪੀਰੇਸ਼ਨ ਦੇਵਾਂਗੇ ਬਈ ਜੇ ਇਸ ਪੱਧਰ ਦੇ ਖਿਲਾੜੀ ਨਾਲ ਸਾਡੇ ਦੇਸ਼ ਵਿੱਚ ਆ ਧੱਕਾ ਹੋ ਸਕਦਾ, ਤੇ ਐਰੇ ਗੈਰੇ ਪਲੇਅਰਸ ਦਾ ਕੀ ਔਕਾਤ ਹੈ? ਉਹ ਕਿਉਂ ਖੇਡਣਗੇ, ਕਿਉਂ ਕਮਾਈ ਕਰਨਗੇ, ਕਿਉਂ ਮੈਡਲ ਜਿੱਤਣਗੇ? ਇਹ ਜਿਹੜੇ ਬੜੇ ਵੱਡੇ ਕੁਐਸਚਨਸ ਨੇ। ਬਹੁਤ ਬਹੁਤ ਧੰਨਵਾਦ ਮੈਮ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਉਮੀਦ ਕਰਦਾ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ। ਆਪਾਂ ਫਿਰ ਮੁਲਾਕਾਤ ਜ਼ਰੂਰ ਕਰਾਂਗੇ। ਬਹੁਤ ਬਹੁਤ ਧੰਨਵਾਦ। ਹਾਂਜੀ, ਥੈਂਕ ਯੂ ਵੈਰੀ ਮਚ। ਸੋ ਇਹ ਸਨ ਸੁਸ਼ਬੀਰ ਜੀ। ਸਵਾਲ ਮੇਰੇ ਜ਼ਿਹਨ ਦੇ ਵਿੱਚ ਬਹੁਤ ਸੀ, ਕਿਉਂਕਿ ਇੰਟਰਵਿਊ ਬਹੁਤ ਲੰਬੀ ਚੱਲ ਜਾਣੀ ਸੀ ਦੋਸਤੋ, ਪਰ ਮੈਂ ਕੁਛ ਮੈਂ ਦੱਸ ਦੇਵਾਂ। 1947 ਦੇ ਵਿੱਚ ਜਿਹੜਾ ਸੀਗਾ ਆਪਣਾ ਭਾਰਤ ਦੇਸ਼ ਆਜ਼ਾਦ ਹੋਇਆ ਸੀ, ਆਪਾਂ ਆਜ਼ਾਦੀ ਮਨਾਉਂਦੇ ਹਾਂ, ਅਤੇ 1948 ਦੇ ਵਿੱਚ ਉਸ ਸਰਦਾਰ ਜੀ ਨੇ, ਮੈਂ ਕਹਿ ਸਕਦਾ ਕਿ ਉਹਨਾਂ ਦੀ ਧਰਤੀ 'ਤੇ ਜਾ ਕੇ ਇੰਡੀਆ ਦਾ ਫਲੈਗ, ਜਿਸ 'ਤੇ ਉਹਨਾਂ ਗੋਰਿਆਂ ਨੇ ਰਾਜ ਕੀਤਾ ਸੀ ਨਾ, ਉਹਨਾਂ ਨੂੰ ਖੜੇ ਕਰਾਤਾ ਸੀਗਾ ਰਾਸ਼ਟਰੀ ਗਾਨ 'ਤੇ। ਇਹ ਪ੍ਰਾਊਡ ਹੁੰਦਾ ਹੈ। ਪਰ ਕਿਤੇ ਨਾ ਕਿਤੇ ਮੈਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਹੈ ਵੀ ਸਾਡੇ ਦੇਸ਼ ਦੇ ਵਿੱਚ ਕਿ ਸੱਚਮੁੱਚ ਦੇ ਵਿੱਚ ਸਰਕਾਰਾਂ ਆਪਣੇ ਘਰ ਭਰਨ ਵਾਸਤੇ, ਆਪਣੇ ਖਜ਼ਾਨੇ ਭਰਨ ਵਾਸਤੇ ਇੰਨੀਆਂ ਕੁ ਜ਼ਿਆਦਾ ਮਸ਼ਰੂਫ ਹੋਈਆਂ ਨੇ ਕਿ ਇੰਨੀ ਵੱਡੀ ਹਿਸਟਰੀ ਜਿਹੜੀ ਹੈ ਉਸ ਨੂੰ ਖ਼ਤਮ ਕਰ ਦਿੱਤਾ। ਬਹੁਤ ਵੱਡੇ ਸਵਾਲ ਨੇ ਕਿ ਕੀ ਇਹ ਸੱਚਮੁੱਚ ਦੇ ਵਿੱਚ ਇਸ ਕਰਕੇ ਕੀਤਾ ਗਿਆ ਕਿ ਸ਼ਾਇਦ ਬਲਬੀਰ ਸਿੰਘ ਜੀ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਸੀ, ਪੰਜਾਬੀ ਸੀ, ਸਿਰ 'ਤੇ ਦਸਤਾਰ ਸੀ। ਬਹੁਤ ਵੱਡੇ ਸਵਾਲ ਨੇ। ਇਹ ਹੋ ਸਕਦਾ ਕਿਉਂਕਿ ਜਿੱਥੇ ਹਿਸਟਰੀ ਮਕਾਉਣ ਦੀ ਗੱਲ ਕੀਤੀ ਗਈ ਹੈ, ਸਾਰੇ ਮੈਡਲਸ ਦੀ ਗੱਲ ਕੀਤੀ ਗਈ ਹੈ, ਬਲੇਜ਼ਰ ਦੀ ਗੱਲ ਕੀਤੀ ਗਈ ਹੈ, ਅੱਜ ਤੱਕ ਉਹਨਾਂ ਦੀ ਕੋਈ ਵੀ ਥਾਂ ਟਿਕਾਣਾ ਨਹੀਂ। ਪਰਿਵਾਰ, ਬੇਟੀ ਹੈ, ਦੋਤਾ ਆ, ਜਿਹੜਾ ਲਗਾਤਾਰ ਪਿਛਲੇ ਕਿੰਨੇ ਸਾਲਾਂ ਤੋਂ ਇਸ ਗੁਹਾਰ ਦੇ ਵਿੱਚ ਲੱਗੇ ਹੋਏ ਨੇ, ਇਸ ਜੰਗ ਦੇ ਵਿੱਚ ਵੜੇ ਹੋਏ ਨੇ ਕਿ ਜਿਹੜੀ ਇਹ ਚਾਹੁੰਦੇ ਨੇ ਕਿ ਅਸੀਂ ਜਿੱਤ ਕੇ ਹੀ ਬਾਹਰ ਆਈਏ। ਮੈਂ ਉਮੀਦ ਕਰਦਾ ਕਿ ਜਿਹੜਾ ਇਹ ਹੀਰੋ ਸੀਗਾ, ਬੇਸ਼ੱਕ ਅੱਜ ਸਾਡੇ ਵਿੱਚ ਨਹੀਂ ਪਰ ਸਾਡੇ ਦਿਲਾਂ 'ਤੇ ਰਾਜ ਕਰਦਾ ਆ, ਉਸ ਹੀਰੋ ਦੀ ਜਿਹੜੀ ਆਤਮਾ ਜੇ ਅੱਜ ਵੀ ਉੱਪਰੋਂ ਸਾਨੂੰ ਦੇਖ ਰਹੀ ਹੋਊਗੀ ਨਾ, ਤਾਂ ਉਹ ਵੀ ਇਹ ਚਾਹੁੰਦੀ ਹੋਊਗੀ ਜਿਹੜੇ ਉਹਦੇ ਹਿਸਟਰੀ ਸੀ, ਉਸ ਦੇ ਜਿੰਨੀਆਂ ਵੀ ਯਾਦਾਂ ਸੀਗੀਆਂ, ਕੱਲੀ ਕੱਲੀ ਚੀਜ਼ ਦੀ ਜਿਹੜੀ ਯਾਦ ਹੁੰਦੀ ਹੈ, ਕੱਲੇ ਕੱਲੇ ਅਵਾਰਡ ਦੇ ਨਾਲ ਯਾਦ ਜੁੜੀ ਹੁੰਦੀ ਹੈ, ਉਹ ਅੱਜ ਵਿਅਰਥ ਨਾ ਜਾਵੇ। ਮੈਂ ਉਮੀਦ ਕਰਦਾ ਜੇ ਕਿਸੇ ਸਰਕਾਰੀ ਦਰਬਾਰੇ ਤੱਕ ਇਹ ਵੀਡੀਓ ਪਹੁੰਚਦੀ ਹੈ, ਜਲਦ ਤੋਂ ਜਲਦ ਇਸ ਮੁੱਦੇ 'ਤੇ ਵੀ ਗੌਰ ਕੀਤੀ ਜਾਵੇ। ਬੇਸ਼ੱਕ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਬੜੇ ਵੱਡੇ ਮੁੱਦੇ ਚੱਲ ਰਹੇ ਨੇ, ਪਰ ਇਹ ਵੀ ਮੁੱਦਾ ਇੱਕ ਐਸਾ ਆ ਜਿਹੜਾ ਮੈਨੂੰ ਲੱਗਦਾ ਹੈ ਕਿ ਸੁਰਖੀਆਂ ਦੇ ਵਿੱਚ ਦੁਬਾਰਾ ਆਉਣਾ ਚਾਹੀਦਾ ਹੈ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਐਸੀਆਂ ਹੋਰ ਵੀਡੀਓਜ਼ ਸਮੇਂ-ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲ ਨੂੰ ਦਿਓ ਇਜਾਜ਼ਤ, ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।